वाहिगुरु जी की फतेह। सतगुरां दी गोद विच बड़े ही आदत सहज जुड़ बैठी गुरु रूप साध संगत जियो। हर रोज की तरह अज भी संगत रूप विच आपां जुड़ बैठे हाँ। सतगुरां दी मेहर दे नाल जिन्ना भी वक्त प्राप्त हुंदा है इन सफला बनाइए। सच्चे पातशाह जी के पावन इतिहास विचों आप जी ने सरवण कीता सी। श्री गुरु नानक देव साहिब सच्चे पातशाह जी नेता प्रत नवे नवे चोज बरताउंदे हन। सानू सिखा रहे ने किवें मोह दा जाल गुरसिख ने तोड़ना है। सतगुरां दे पिता जी चल के मोती खाने पहुंचे। जदों वेखिया पुत कुछ भी कमाउंदा नहीं, कुछ भी बचाउंदा नहीं, भुल गए शराफतां मोह दीआं तंदां ते इदां उजड़ियां ने जिवें घाह दा पुल दरिया हड़ा के ले जांदे ने। गुस्से विच भरे पीते आखदे ने की बनूगा तेरा। मैं ते सोचिया सी तू सुधर गया होएगा पर तू ते नकामा ही बहुत है। एक कौड़ी भी कमा नहीं सकिया, होकी वाह वाह खटी है। सतगुरां को झिड़कण तो बाद पिता जी ने भाई बाला जी नूं फड़ लिया। उन्हां दी दिवाली हो गई। भाई बाला जी कहते मैनूं सतगुरां ने इशारा किया, बोले होना जिन्ना चुप रहोगे उन्ना चंगा। पिता जी के मन में जो आया साडे प्रति उन्होंने बोलिया, संवेदना प्रगट की अपनी। मोदी खाने के सामने लोगों के सन्मुख साडा खूब जुलूस कढ़िया। कहते मत नहीं आ सकती, वो लोगों के धी पुत ने जिहड़े कमा सकते ने, पुत्रा तू बंदा भी नहीं बन सकता, कुछ नहीं होना तेरा। सब चुप ने। पिता जी जाते जाते मत देंदे ने, कहते हुण तक जिन्नी फजूल खर्ची कर ली निबड़ गया। अज तो ध्यान रखी, माया तेरी जिंदगी है, पैसा तेरा जीवन है। इसे तो बगैर पुत्रा तेनू किसी ने नहीं पूछना। इन्हां सारे प्रसंगां नूं आप जी ने बड़े विस्तार सहित सरवण कीता है। आओ कुछ समा मन व्यक्तियां नूं एकाग्र चित बनाइए, पाओ प्रेम दी सान। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा धन संचन के अनक गुण, वर्णन करे सुनाए। इस पावन कथा नूं दूजे पातशाह गुरु अंगद देव महाराज जी के ताई भाई बाला जी सुना रहे हैं। गुरु नानक साहब सच्चे पातशाह मोदी खाने विच बैठे ने। पिता मेहता जी आखन लगे, पुत जिन्नियां फजूल खर्चियां करनियां सी तू कर लईयां।
ਜਿੰਨਾ ਮੇਰਾ ਖੂਨ ਸਾੜਨਾ ਸੀ ਤੂੰ ਸਾੜ ਲਿਆ, ਇਹ ਤੋਂ ਬਾਅਦ ਮੈਂ ਹੋਰ ਦੁਖੀ ਨਹੀਂ ਹੋ ਸਕਦਾ। ਅੱਗੇ ਤੇਰੀ ਮਰਜ਼ੀ ਹੈ, ਕਮਾਏਗਾ ਚੰਗਾ ਰਹੇਗਾ, ਇਹਦੇ ਚ ਤੇਰਾ ਆਪਣਾ ਹੀ ਭਲਾ ਹੈ। ਅਸੀਂ ਕਦੋਂ ਤੱਕ ਰਹਿਣਾ? ਚਾਰ ਪੈਸੇ ਤੇਰੇ ਕੋਲ ਹੋਣਗੇ, ਤੇਰੇ ਜ਼ਿੰਦਗੀ ਦੇ ਸਾਥੀ ਹੋਣਗੇ, ਤੇਰੇ ਸੱਜਣ ਹੋਣਗੇ, ਬਾਕੀ ਮੈਨੂੰ ਪਤਾ ਹੈ ਤੈਨੂੰ ਸਮਝਾਉਣ ਦਾ ਫਾਇਦਾ ਕੋਈ ਨਹੀਂ। ਬਹੁ ਵਿਦ ਬੁੱਧ ਸਮਝਾਵਈ, ਰੋਸ਼ਨ ਹੈ ਮਨ ਲਿਆਏ। ਪਿਤਾ ਨੇ ਮਨ ਵਿੱਚ ਬੜਾ ਰੋਸ ਜਤਾਇਆ, ਫਿਰ ਸੋਚਿਆ ਵੀ ਜੇ ਬਹੁਤਾ ਝਿੜਕ ਵੀ ਦਿੱਤਾ ਨਾ ਟੁੱਟ ਜਾਏਗਾ, ਜੇ ਬਹੁਤੇ ਰੁੱਖੇ ਬੋਲ ਬੋਲੇ ਦੂਰ ਹੋ ਜਾਏਗਾ, ਨਹੀਂ ਮੰਨੇਗਾ। ਮੋਹ ਦੀ ਤੰਦ ਨੂੰ ਫੇਰ ਉਲਝਾ ਕੇ ਆਖਣ ਲੱਗੇ, ਮੇਰਾ ਪੁੱਤ ਹੈ ਤੇ ਸਿਆਣਾ ਪਰ ਲੋਕਾਂ ਪਿੱਛੇ ਲੱਗ ਜਾਂਦਾ ਹੈ। ਇਹਦਾ ਮਤਲਬ ਕੀ ਹੈ ਵੀ ਲੋਕ ਕਮਲੇ ਨੇ। ਕਹਿਣ ਦਾ ਭਾਵ ਤੇ ਇਹੀ ਹੈ ਨਾ ਵੀ ਘੱਟ ਤੇ ਤੂੰ ਵੀ ਨਹੀਂ, ਇਹ ਇੱਕ ਮਿੱਠੀ ਗੋਲੀ ਹੈ ਵੀ ਤੂੰ ਹੈ ਤੇ ਚੰਗਾ ਪਰ ਲੋਕ ਖਰਾਬ ਨੇ, ਲੋਕ ਏਦਾਂ ਦੇ ਨੇ। ਗੱਲ ਕਹਿ ਵੀ ਦਿੱਤੀ, ਸੱਟ ਲੋਹੇ ਤੇ ਗਰਮ ਤੇ ਮਾਰ ਵੀ ਦਿੱਤੀ, ਤੇ ਹਥੌੜੇ ਦਾ ਵੀ ਕੁਛ ਨਹੀਂ ਗਿਆ। ਪਿਤਾ ਬੜੀ ਸਿਆਣਪਤਾ ਨਾਲ ਕਹਿੰਦੇ ਨੇ, ਪੁੱਤਰ ਲੋਕ ਕਮਲਿਆਂ ਦੇ ਪਿੱਛੇ ਨਹੀਂ ਲੱਗੀਦਾ, ਆਪਣੇ ਘਰ ਵੱਲ ਵੇਖੀ। ਜਦ ਤੇਰੇ ਕੋਲ ਚਾਰ ਪੈਸੇ ਹੋਣਗੇ, ਤੇਰੇ ਕਿਤੇ ਵਿਆਹ ਤੇ ਕੰਮ ਆ ਜਾਣਗੇ। ਬੜੀ ਜ਼ਿੰਦਗੀ ਵਿੱਚ ਕੰਮ ਕਾਜ ਮਨੁੱਖ ਨੂੰ ਹੁੰਦੇ ਨੇ, ਤੇਰੇ ਉੱਥੇ ਸਫਲੇ ਹੋ ਜਾਣਗੇ। ਜੇ ਕਮਾਏਗਾ ਨਹੀਂ ਕੀ ਕਰੇਗਾ? ਪਿਤਾ ਜੀ ਨੇ ਆਪਣੇ ਵੱਲੋਂ ਜਿੰਨਾ ਕੁ ਗਿਆਨ ਸੀ, ਜਿੰਨੀ ਕੁ ਮੱਤ ਸੀ, ਜਿੰਨੀ ਕੁ ਸੋਝੀ ਸੀ, ਕਹਿੰਦੇ ਸਾਰੀ ਪੁੱਤਰ ਤੇ ਥੋਪਣੀ ਚਾਹੀਦੀ। ਦੁਨੀਆ 'ਚ ਹਰ ਬੰਦਾ ਆਪਣਾ ਸੁਭਾਅ ਦੂਜੇ ਤੇ ਥੋਪਣਾ ਚਾਹੁੰਦਾ ਹੈ। ਆਪਣੇ ਜਿਸਮ ਦੇ ਵਿੱਚ, ਆਪਣੇ ਦਿਮਾਗ ਵਿੱਚ ਚੱਲਣ ਵਾਲੇ ਵਿਚਾਰ ਮਨੁੱਖ ਕਾਪੀ ਪੇਸਟ ਕਰਾਉਣੇ ਚਾਹੁੰਦਾ ਵੀ ਤੂੰ ਵੀ ਇੱਦਾਂ ਕਰ। ਪਿਤਾ ਜੀ ਆਪ ਪਟਵਾਰੀ ਸਨ, ਮਾਇਆ ਖੂਬ ਕਮਾਉਂਦੇ ਨੇ ਤੇ ਪੁੱਤ ਤੋਂ ਵੀ ਉਮੀਦਾਂ ਤੇ ਆਸਾਂ ਰੱਖਦੇ ਨੇ, ਇਹ ਵੀ ਇੱਦਾਂ ਦਾ ਹੀ ਬਣਿਆ। ਤੇ ਗੁਰੂ ਸਾਹਿਬ ਨੇ ਕੀ ਆਖਿਆ? ਸਿਰਫ ਇੱਕੋ ਵਚਨ ਆਖਿਆ, ਪਿਤਾ ਜੀ 7 ਵਚਨ। ਕਿੰਨਾ ਕੁਛ ਬੋਲੇ ਹੋ, ਮਾੜਾ ਚੰਗਾ ਇੱਧਰ ਉੱਧਰ ਜੋ ਵੀ ਮਨ ਵਿੱਚ ਆਇਆ ਉਹਨਾਂ ਖੂਬ ਖਿਲਾਰਿਆ ਏ। ਸੋਰਠ ਬੋਹਰ ਜਲਾਸਾ ਦੀਨ, ਕਰ ਦੁਲਾਰ ਨਿਜ ਤਨ ਜਸੋਂ। ਪਿਤਾ ਜੀ ਉੱਠੇ ਨੇ, ਸਿਰ ਤੇ ਹੱਥ ਸਤਿਗੁਰਾਂ ਦੇ ਰੱਖੇ ਐ। ਮਹਾਰਾਜ ਨੇ ਚਰਨੀ ਹੱਥ ਲਾਤੇ, ਮੱਥਾ ਟੇਕਿਆ। ਪਿਤਾ ਜੀ ਧਿਆਨ ਰੱਖਾਂਗੇ, ਦਲਾਸਾ ਦਿੱਤਾ, ਪਿਆਰ ਜਤਾਇਆ ਥੋੜਾ ਜਿਹਾ ਵੀ ਚੱਲ ਜੇ ਭੋਲ ਪੁਣੇ ਜੀ ਮੰਨ ਜੇ। ਇਹ ਮਾਪਿਆਂ ਦਾ ਇੱਕ ਤਰੀਕਾ ਹੁੰਦਾ ਹੈ। ਜੇ ਬੱਚਾ ਕੁੱਟ ਕਟਾਈ ਨਾਲ ਨਹੀਂ ਮੰਨਦਾ, ਉਹਨੂੰ ਥੋੜਾ ਜਿਹਾ ਲਾਲਚ, ਪਿਆਰ ਦਾ ਪੋਚਾ ਜਿਹਾ ਮਾਰ ਕੇ ਮਨਾ ਲਓ ਤੇ ਹਾਂਜੀ ਕਰ ਜਾਂਦਾ। ਭਾਈ ਬਾਲਾ ਜੀ ਕਹਿੰਦੇ, ਮੈਨੂੰ ਵੀ ਆਖਣ ਲੱਗੇ, ਕਹਿੰਦੇ ਪੁੱਤਰ ਤੂੰ ਵੀ ਮੈਨੂੰ ਨਾਨਕ ਵਰਗਾ ਪਿਆਰਾ ਏ। ਜਦ ਕਹਿੰਦੇ ਸੀ ਉਹ ਵੇਲਣਾ ਤੂੰ ਮੇਰੇ ਪੁੱਤ ਦੀਆਂ ਜੜ੍ਹਾਂ 'ਚ ਬੈਠਾ ਹੈ, ਉਦੋਂ ਕਿੱਥੇ ਸੀ? ਹੁਣ ਕੀ ਬੋਲ ਰਹੇ ਆ? ਕਹਿੰਦੇ ਤੂੰ ਵੀ ਮੈਨੂੰ ਪੁੱਤਰ ਵਰਗਾ ਏ, ਧਿਆਨ ਰੱਖਿਆ ਕਰ ਇਹਨਾਂ ਦਾ, ਸਮਝਾਇਆ ਕਰ। ਤੁਹਾਡੇ ਦੋਨਾਂ ਦੀ ਜ਼ਿੰਦਗੀ ਦੇ ਵਿੱਚ ਮਾਇਆ ਪੈਸਾ ਕੰਮ ਆਏਗਾ, ਮੇਰੀਆਂ ਗੱਲਾਂ ਤੁਹਾਨੂੰ ਯਾਦ ਆਉਣਗੀਆਂ। ਧਾਮ ਪਿਆਨਾ ਕੀਨ, ਜਹਾਂ ਹੋ ਤੋ ਜੈ ਰਾਮ ਕੋ। ਆਸ਼ੀਰਵਾਦ ਸਾਨੂੰ ਦੋਨਾਂ ਨੂੰ ਦੇ ਕੇ ਭਾਈ ਬਾਲਾ ਜੀ ਕਹਿੰਦੇ, ਮੈਂ ਵੀ ਮੱਥਾ ਟੇਕਤਾ, ਪਰ ਦਿਲ 'ਚੋਂ ਗੱਲਾਂ ਕਿਤੇ ਨਾ ਕਿਤੇ ਆਉਂਦੀਆਂ ਨੇ ਬਈ ਇੰਨਾ ਝੜਕਣ ਤੋਂ ਬਾਅਦ ਕਹਿੰਦੇ ਤੂੰ ਵੀ ਬਹੁਤ ਸਿਆਣਾ ਹੈ। ਇੰਨੀ ਝਾੜ ਝੰਬ ਕਰਨ ਤੋਂ ਬਾਅਦ ਆਖਣਾ ਵੀ ਮੇਰਾ ਗੀਕਾ ਪੁੱਤ, ਮੇਰਾ ਲਾਡਲਾ, ਇਹ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਹੈ। ਕਹਿੰਦੇ ਅਸੀਂ ਕਿਹਾ ਚਲੋ ਆਏ ਨੇ ਚਲੇ ਜਾਣਗੇ, ਸੁਭਾਅ ਇਹਨਾਂ ਦਾ। ਪਿਤਾ ਜੀ ਅਸੀਸਾਂ ਦਿੰਦੇ, ਗੱਡੇ ਤੇ ਬਹਿ ਗਏ। ਬੈਠਦੇ ਕਹਿੰਦੇ ਧਿਆਨ ਰੱਖਿਓ, ਭਾਵੇਂ ਪੈਸੇ ਮੈਨੂੰ ਨਾ ਦਿਓ, ਆਪਣੀ ਤਿਜੋਰੀ 'ਚ ਰੱਖ ਲਓ, ਪਰ ਮੈਨੂੰ ਦੱਸ ਦਿਆ ਕਰੋ ਕਿੰਨੇ ਨੇ। ਬੇਸ਼ੱਕ ਮੈਨੂੰ ਨਾ ਦਿਓ, ਤੁਹਾਨੂੰ ਲੱਗਦਾ ਵੀ ਬਾਪੂ ਸਾਡੇ ਪੈਸਿਆਂ ਤੇ ਨਜ਼ਰ ਰੱਖਦਾ ਹੈ, ਸਾਡੇ ਪੈਸੇ ਇਕੱਠੇ ਕਰਦਾ ਜਾਂ ਸਾਡੀ ਕਮਾਈ ਮੰਗਦਾ ਹੈ, ਕਹਿੰਦੇ ਮਹਿੰਗੀ ਲੈਣਾ ਕਮਾਈ।
अपनी कमाई अपने कोल रखो, पर मैनू दस दिया करो। आखो सतनाम, अज ते पंगा है भी जे अपनी कमाई करके तुहानू दसता ते फिर साडे कोल की रह गया, साडा अपना की है, वो भी फिर तुहाडा ही है। गिनती च आ गया ना भी तेरे को 70,000 है, 70 लाख है, कितना कुछ है, वो ते जद मर्जी बापू कहे फिर देने पैणगे। गुरु साहब मुस्कुराए, पिता जी गड्ढा लैके घर नूं चले आ। जय राम जी के घर आए, दुकान के बिल्कुल नाल ही घर है। गड्ढा रुकिया क्योंकि अगे गड्ढे आम लोग नहीं सी रखते, जिहदा सरदा पुजदा घर सी ना, 2 बलद 1 गड्ढा, उन्हां दी शान हुंदी सी। पिता जी ने गड्ढा रुकिया, उतरे ने, धी का दरवाजा खड़काया नहीं, सीधा ही अंदर हो गए, विहड़े च जा बड़े। कुदरती रब सबबी पुत्री नानकी घर ही सी। जदों उन्होंने वेखिया ना भी साडे गड्ढे की आवाज़ है, अगे आवाज़ां पछाणियां जांदियां सी, बलद साडे आ, घुंघरू गलां च पाए होए सी। पुराने जिमीदारां नूं पुछ के वेखो अपने पशुआं की पछाण किन्नी है। 100 मੱਝਾਂ भी खड़ियां होण ते कहणगे आ साडी है। बलद जिन्ने मर्जी हुण पता हुंदा है, अज दे समय ट्रैक्टर साडे कोल जिन्ने मर्जी सारे पिंड विच अपने दी पछाण ही अलग हुंदी ते आवाज़ ही अलग हुंदी, पछाण हुंदी। तुसीं अपनी गड्डी चला लो, अखां बंद करके तुहानूं गड्डी 'च बिठा दे, कोई आवाज़ तो दस दोगे कि साडी नहीं है। भावें सब कंपनियां दी आवाज़ सेम सेम जी होंदी, पर अपने व्हीकल का पता हुंदा है। सतगुरां दे भैण नानकी जी जदों उन्हां ने वेखिया भी लगदा है बाबुल आए ने, बापू जी आ गए। अगे पिता नूं बापू जी शब्द नाल संबोधन किया जाता सी, खुशी चढ़ गई। फटाफट वो चौके ते बैठे सी, सिर ढकिया उन्होंने, भजे आए उस पासे, क्योंकि आवाज गड्ढे की लगनी सी, ये साडा है, मापियां दा है। मोह बड़ा हुंदा मापियां दा। उन्हां रौला पाया घर दे विच भी लगदा पिता जी आए ने। जिन्ने नौकर दास काम करते सी वो भी दौड़ के दरवाजे की तरफ आए ने। दोहरा श्री अर्जन अर्जन सुनत, अर्जन जस विस्तार। महाकवि भाई संतोख सिंह अगले प्रसंग की आरंभता करते हैं। शहीदां दे सरताज गुरु अर्जन दे पातशाह जी के चरणों में बेनती करते हैं, कहते सतगुरु गुरु अर्जन दे महाराज दा जस अर्जन दे तीरां वर्गा है। क्योंकि हर प्रसंग के प्रथाई उन्होंने गुरु साहिबान का मंगलाचरण करना होता है। पिछलियां में गुरु रामदास पातशाह जी के प्यार की उपमा की थी, वो तो पहला गुरु अमरदास महाराज, हुण गुरु अर्जन देव पातशाह की बेनती करते हैं, सतगुरु कृपा करियो, आप पहरा दियो, तुहाडी छत्र छाया तो बगैर गुरु नानक साहब की महिमा गाई नहीं जा सकती, तुहाडी दया दृष्टि तो बगैर जस गाया जाना नहीं। बाणी अर्जन बान जिन बंधन पद सिर तार। ए बाणी की रचना करने वाले बाणी के बोहित सतगुरु कृपा करियो, सानू इस बाणी को लिखण दा बल बख्शियो ते बाणी बोलण दा बल। बाणी का अर्थ की है? जदों आप बाणी शब्द पढ़ते हैं ना, बाणी कहते बोल, बचन। तुसीं अखबारां 'च पढ़िया होना, जग बाणी, अग बाणी, कोई कोई बाणी। बाणी का मतलब बोल नहीं, बोली है, बचन नहीं। हुण इस बाणी को गुरबाणी कहते ने, भाव गुरु दे बोल, सतगुर दे बचन। दुनिया 'च बड़ियां बाणियां ने, हुण अंदर दियां भी ते 4 बाणियां ने, परा, पसंती, मध्यमा, बैखरी, एक ही बाणियां ने, बहुत गहरियां ने। आप जी ने पिछे इन्हां बारे सुनिया होया, 10वें पातशाह जी के जीवन दे विच जदों पंजवीं रुत चलदी सी, बहुत बरीकी काम है। कहते मैं इस बाणी नूं, इस बचन नूं तुहाडी शरण विच लिया के गाउणा चाहुंदा, क्योंकि तुसीं ने धुर की बाणी का जो बहुत बड़ा ग्रंथ रचिया, संकलन किया ते आसीस बख्शियो, सन कृपा दे पात्र बनाओ, आप जी दे गुण गा सकीए। दोहरा मिलियो जाय कै नानकी, मन कर अदक स्नेह। सतगुरां दे पिता जदों घर की दहलीज अंदर प्रवेश होए, सामने तो पुत्री आई, धी आई,
ਭੱਜ ਕੇ ਪਿਤਾ ਜੀ ਦੇ ਚਰਨੀ ਹੱਥ ਲਾਏ ਤੇ ਪਿਤਾ ਨੇ ਦੋਨੇ ਹੱਥ ਧੀ ਦੇ ਸਿਰ ਤੇ ਰੱਖੇ। ਅੱਗੇ ਪੁਰਾਤਨ ਇਹ ਪਿਆਰ ਸੀ, ਸੱਭਿਆਚਾਰ ਸੀ। ਆ ਗਲਵਕੜੀਆਂ ਗੁਲਵਕੜੀਆਂ ਦਾ ਕੋਈ ਰਿਵਾਜ ਨਹੀਂ ਸੀ। ਇਹ ਤੇ ਜ਼ਮਾਨਾ ਇੰਨਾ ਮਾਡਰਨ ਹੋ ਗਿਆ, ਸੱਤਿਆਨਾਸ਼ ਹੀ ਹੋਇਆ ਪਿਆ। ਹੁਣ ਤੇ ਘਰ ਦੇ ਪਰਿਵਾਰ ਦੇ ਰਿਸ਼ਤਿਆਂ ਦੇ ਵਿੱਚ ਵੀ ਗੱਲਾਂ ਕਰਦਿਆਂ ਸ਼ਰਮ ਆਉਂਦੀ ਹੈ। ਪਰ ਕਿਤੇ ਪੁਰਾਣਾ ਸਮਾਜ ਖੋਲ ਕੇ ਦੇਖੋ, ਬੇਸ਼ੱਕ ਸਮੇਂ ਦੇ ਨਾਲ ਚੱਲਣਾ ਚਾਹੀਦਾ ਹੈ, ਐਡਵਾਂਸ ਹੋ, ਜੁਗ ਜੁਗ ਕੇ ਹੋ, ਜੁਗ ਜੁਗ ਜੀ, ਪਰ ਲੱਚਰਪੁਣਾ ਕੋਈ ਐਡਵਾਂਸਪੁਣਾ ਨਹੀਂ ਹੁੰਦਾ। ਲੱਚਰਤਾ ਤੇ ਲੱਚਰਦਾ ਹੀ ਹੈ। ਮਾੜੀ ਚੀਜ਼ ਮਾੜੀ ਹੈ। ਸਿਆਣਾ ਹੋਣਾ, ਸੂਝਵਾਨ ਹੋਣਾ, ਸਮੇਂ ਦੇ ਨਾਲ ਚੱਲਣਾ ਬਹੁਤ ਵੱਡੀ ਗੱਲ ਹੈ। ਅੱਜ ਪੰਜਾਬ ਦੇ ਅਸੀਂ ਲੋਕ ਆਪਣੇ ਪਰਿਵਾਰਾਂ ਦੇ ਸੰਸਕਾਰ ਭੁੱਲ ਗਏ। ਜਦੋਂ ਧੀ ਨੇ ਆ ਕੇ ਪਿਤਾ ਦੇ ਗੋਡੀ ਹੱਥ ਲਾਏ ਨਾ, ਪਿਤਾ ਨੇ ਦੋਨੇ ਹੱਥ ਰੱਖਦੇ ਸਿਰ ਤੇ। ਕੌਣ ਰੱਖਦਾ ਤੇ ਸਿਰ ਤੇ? ਉਹੀ ਪਿਆਰ ਸੀ। ਉਹ ਦੋ ਹੱਥਾਂ ਨੂੰ ਧੀਆਂ ਤਰਸਦੀਆਂ ਸੀ। ਜਦ ਕਿਤੇ ਬਾਪੂ ਵਿਹੜੇ ਵਿੱਚ ਆ ਕੇ ਧੀ ਦੇ ਸਿਰ ਤੇ ਦੋਨੋਂ ਹੱਥ ਰੱਖ ਦਿੰਦਾ ਸੀ ਨਾ, ਤੇ ਧੀ ਨੂੰ ਲੱਗਦਾ ਸੀ ਮੇਰਾ ਇਹ ਬਾਬਲ ਕਦੇ ਮਰਨਾ ਹੀ ਨਹੀਂ। ਆਖੋ ਸਤਿਨਾਮ, ਸਦਾ ਹੀ ਇਹਦੀ ਛਾਂ ਰਹਿਣੀ, ਛਤਰ ਛਾਇਆ ਰਹਿਣੀ। ਧੀਆਂ ਦਾ ਪਿਆਰ ਜਿੰਨਾ ਪਿਓ ਨਾਲ ਹੁੰਦਾ ਉਹਨਾਂ ਕਿਸੇ ਨਾਲ ਨਹੀਂ। ਸਤਿਗੁਰਾਂ ਦੇ ਭੈਣ ਨਾਨਕੀ ਨੇ ਆਪਣੇ ਪਿਤਾ ਦੇ ਚਰਨਾਂ ਦੀ ਮੱਥਾ ਟੇਕਦਾ। ਚਾਅ ਇੰਨਾ ਚੜ ਗਿਆ, ਪਤਾ ਹੀ ਨਾ ਲੱਗੇ ਖੁਸ਼ੀ 'ਚ ਬਿਠਾਵਾਂਗੇ ਇੱਥੇ। ਜਦੋਂ ਸਹੁਰੇ ਘਰ ਬਾਪੂ ਆਉਂਦਾ, ਸੱਚੀ ਉਹ ਚਾਈ ਹੋਰ ਹੁੰਦਾ, ਉਹ ਗੱਲਾਂ ਹੀ ਹੋਰ ਹੁੰਦੀਆਂ। ਇੰਨੀ ਖੁਸ਼ੀ ਚਾਹੇ ਸਮਝ ਨਾ ਆਵੇ ਕੀ ਛਡਾਵਾਂ, ਕਿੱਥੇ ਬਿਠਾਵਾਂ, ਪਿਤਾ ਨੂੰ ਮੈਂ ਕੀ ਬੋਲਾਂ। ਅਸਨ ਬਸਨ ਆਨਿਓ ਤੋ ਦਇਓ ਬੈਸ ਕਰ ਗ੍ਰਹਿ। ਪਿਤਾ ਜੀ ਬੈਠੇ ਨੇ ਪਲੰਗੇ ਤੇ, ਦੁੱਧ ਪਾਣੀ ਜਲ ਪਾਣੀ ਛਕਾਇਆ ਉਹਨਾਂ ਸਮਿਆਂ ਦਾ। ਕਹਿੰਦੇ 10 ਨੌਕਰਾਂ ਨੂੰ ਇਸ਼ਾਰਾ ਕੀਤਾ, ਗੱਡੇ 'ਚ ਸਮਾਨ ਲੈ ਕੇ ਆਓ। ਧੀ ਲਈ ਮਠਿਆਈ ਲੈ ਕੇ ਆਈ ਸੀ, ਕੱਪੜੇ ਲੈ ਕੇ ਆਈ ਸੀ। ਤੇ ਧੀਆਂ ਸਦਾ ਝਰੀਆਂ ਹੀ ਹੁੰਦੀਆਂ ਨੇ। ਉਮਰ ਵਿੱਚ ਜੱਡੀਆਂ ਮਰਜ਼ੀ ਹੋ ਜਾਣ, ਉਹ ਮਾਪਿਆਂ ਦੇ ਸਾਹਮਣੇ ਸਦਾ ਬੱਚੀਆਂ ਹੀ ਹੁੰਦੀਆਂ ਨੇ। ਜਦ ਪਿਤਾ ਜੀ ਨੇ ਸਮਾਨ ਲਿਆ ਕੇ ਰੱਖਿਆ ਨਾ, ਧੀ ਨੇ ਸਮਾਨ ਫਰੋਲਿਆ ਵੀ ਬਾਪੂ ਖਾਣ ਲਈ ਕੀ ਲੈ ਕੇ ਆਇਆ। ਸਤਿਨਾਮ, ਇਹ ਪਿਆਰ ਹੈ। ਬੱਚਿਆਂ ਦੇ ਦਾੜੀਆਂ ਚੱਟੀਆਂ ਹੋ ਜਾਣ, ਮਾਪਿਆਂ ਲਈ ਬੱਚੇ ਬੱਚੇ ਹੀ ਰਹਿੰਦੇ ਆ। ਤੇ ਪਿਤਾ ਦੀਆਂ ਅੱਖਾਂ ਨਮ ਹੋ ਗਈਆਂ। ਪਿਆਰ ਉਹੀ ਹੈ। ਪੁੱਤ ਜਿੰਨਾ ਮਰਜ਼ੀ ਜੋ ਮਰਜ਼ੀ ਕਰੀ ਜਾਏ, ਉਹ ਤੇ ਘਰ ਰਹਿ ਕੇ ਮਾਪਿਆਂ ਦੀ ਇੱਜ਼ਤ ਨਹੀਂ ਕਰਦਾ। ਧੀਆਂ ਸਹੁਰੇ ਬਹਿ ਕੇ ਵੀ ਮਾਪਿਆਂ ਦੀ ਨਿੱਤ ਸੁੱਖ ਮੰਗਦੀਆਂ, ਨਿੱਤ ਭਲਾ ਮੰਗਦੀਆਂ। ਜਦੋਂ ਸਤਿਗੁਰਾਂ ਦੇ ਭੈਣ ਜੀ ਨੇ ਵੇਖਿਆ ਜੋ ਉਹ ਪਸੰਦ ਕਰਦੇ ਸੀ ਮਠਿਆਈਆਂ ਸਾਰੀਆਂ ਹੀ ਨੇ, ਜਿਵੇਂ ਸੰਧਾਰਾ ਹੁੰਦਾ, ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ, ਫਲ ਵਸਤਰ। ਖੁਸ਼ ਹੋਏ, ਪੀੜੀ ਰੱਖੀ ਕੋਲੇ ਪਿਤਾ ਦੇ। ਬਰਾਬਰ ਨਹੀਂ ਸੀ ਅੱਗੇ ਧੀਆਂ ਪਿਓ ਦੇ ਬਹਿੰਦੀਆਂ। ਇਹ ਪੁਰਾਣੇ ਸਮੇਂ ਸੀ। ਕਿਉਂਕਿ ਜਿਸ ਸਮੇਂ ਨੂੰ ਆਪਾਂ ਸਰਵਣ ਕਰਦੇ ਆ, ਪਤਾ ਤੇ ਹੋਣਾ ਚਾਹੀਦਾ ਵੀ ਉਦੋਂ ਦਾ ਕਾਲ ਤੇ ਅੱਜ ਦਾ ਕਾਲ ਕੀ ਫਰਕ ਸੀ। ਜਿਨ੍ਹਾਂ ਸਮਿਆਂ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਵਿਚਰਦੇ ਸੀ, ਉਦੋਂ ਸਮੇਂ ਕਿਹੋ ਜਿਹੇ ਸੀ। ਜਦ ਤੱਕ ਆਪਾਂ ਸਮਾਂ ਸ਼ੇਅਰ ਨਹੀਂ ਕਰਾਂਗੇ, ਉਦੋਂ ਤੱਕ ਅਸੀਂ ਉਸ ਵਕਤ ਦੇ ਦੌਰ ਵਿੱਚ ਨਹੀਂ ਪਹੁੰਚ ਸਕਦੇ, ਆਨੰਦ ਨਹੀਂ ਮਾਣ ਸਕਦੇ। ਪੀੜੀ ਲਈ ਪੁੱਤਰੀ ਕੋਲ ਬੈਠੀ ਹੈ, ਪਿਤਾ ਨੂੰ ਪੁੱਛਦੇ ਬਾਪੂ ਮਾਂ ਦਾ ਕੀ ਹਾਲ ਹੈ। ਹੱਸ ਕੇ ਕਹਿੰਦੇ ਪੁੱਤ ਤੰਦਰੁਸਤ ਨੇ। ਸੱਚ ਜਾਣਿਓ ਧੀ ਦੇ ਦਿਲ ਤੇ ਕੀ ਬੀਤਦੀ ਹੋਣੀ। ਪਿਤਾ ਤੇ ਮਿਲਣ ਫੇਰ ਆ ਗਏ ਨੇ, ਜਿੱਦਣ ਦੀ ਵਰ ਕੇ ਆਈਆਂ, ਵਿਆਹ ਕੇ ਆਈਆਂ। ਮਾਂ ਦਾ ਚਿਹਰਾ ਨਹੀਂ ਵੇਖਿਆ। ਸਿਰਫ ਇੱਕ ਵਾਰ ਸਤਿਗੁਰਾਂ ਦੇ ਨਾਲ ਘਰ ਗਏ ਜੀ, ਉਸ ਤੋਂ ਬਾਅਦ ਤੇ ਸਮਾਂ ਹੀ ਨਹੀਂ ਮਿਲਿਆ। ਮਾਂ ਕਦੇ ਇੱਥੇ ਆਈ ਨਹੀਂ। ਤੇ ਅੱਜ ਦਾ ਸਮਾਂ ਕੀ ਹੈ, ਇੰਨਾ ਐਡਵਾਂਸ ਹੋ ਗਿਆ। ਜਿੱਥੇ ਧੀ ਵਿਆਹੀ ਹੋਈ ਹੈ, ਮਾਂ ਰੋਜ਼ੀ ਤੁਰੀ ਰਹਿੰਦੀ ਹੈ। ਫਿਰ ਕੀ ਹੋਊਗਾ? ਦੋਨੇ ਪਰਿਵਾਰਾਂ 'ਚ ਡਾਂਗੋ ਡਾਂਗੀ। ਆਖੋ ਸਤਿਨਾਮ। ਜਿਨ੍ਹਾਂ ਹੱਥਾਂ 'ਚ ਕਦੇ ਛਾਪਾਂ ਪਾਈਆਂ ਹੁੰਦੀਆਂ ਤੇ ਗਲਾਂ 'ਚ ਹਾਰ ਪਾਏ ਹੁੰਦੇ, ਉਹ ਘੜੀਸਦੇ ਨੇ। ਫਿਰ ਅੱਧ ਤੋਂ ਵੱਧ ਧੀਆਂ ਦੇ ਘਰ ਖਰਾਬ ਹੀ ਉਦੋਂ ਹੁੰਦੇ ਨੇ ਜਦ ਧੀਆਂ ਨਾਲ ਮਾਵਾਂ ਦੀ ਆਉਣੀ ਜਾਣੀ ਜ਼ਿਆਦਾ ਹੋ ਜੇ। ਦੱਸਣਾ ਉੱਥੇ ਕੀ ਹੁੰਦਾ ਹੈ, ਇਹ ਕੀ ਕਰਦੇ ਨੇ, ਉਹ ਕੀ ਕਰਦੇ ਆ। ਪਰ ਪੁਰਾਣੇ ਸਮੇਂ ਵਿੱਚ ਧੀਆਂ ਇਹ ਸਮਝਦੀਆਂ ਸੀ ਉਹ ਮਾਪੇ ਉੱਥੇ ਨੇ, ਇਹ ਮਾਪੇ ਇੱਥੇ ਨੇ। ਇਹਨਾਂ ਦੀ ਉਹਨਾਂ ਘਰ ਨਹੀਂ, ਉਹਨਾਂ ਦੀ ਇਹਨਾਂ ਘਰ ਨਹੀਂ। ਕੀ ਅੱਜ ਇਹ ਹੈ ਸਭ ਕੁਝ? 75% ਸਾਡੀ ਕਮਿਊਨਿਟੀ ਦੇ ਵਿੱਚ ਰਿਸ਼ਤਿਆਂ ਦਾ ਬੇੜਾ ਗਰਕ ਹੈ। 75% ਸਭ ਦੇ ਘਰਾਂ 'ਚ ਇਹੀ ਹਾਲ ਹੈ। ਕਿਉਂ ਹੈ? ਇਖਲਾਕ ਭੁੱਲ ਗਏ, ਕਲਚਰ ਭੁੱਲ ਗਏ,
ਸੱਭਿਆਚਾਰ ਭੁੱਲ ਗਏ। ਅਸੀਂ ਤੇ ਪੰਜਾਬੀ ਲੋਕ ਕੰਜਰਖਾਨੇ ਨੂੰ ਸੱਭਿਆਚਾਰ ਦੱਸੀ ਜਾਂਦੇ ਆ ਵੀ ਮੁੰਡੇ ਨੇ ਭੰਗੜਾ ਸਿੱਖ ਲਿਆ 3 ਸਾਲ ਦਾ ਲੱਗ ਗਿਆ ਪਾਉਣ, ਸ਼ੇਅਰ ਕਰੋ ਜੀ, ਬਹੁਤ ਸੋਹਣਾ ਕੰਮ ਹੈ। ਵੀ ਤੇ ਨੱਚਰ ਹੋਣਾ ਭਾਈ। ਸੱਭਿਆਚਾਰ ਕੀ ਸੀ? ਮਾਪਿਆਂ ਦੇ ਘਰ ਕਿਵੇਂ ਰਹਿਣਾ ਹੈ, ਪਰਿਵਾਰ ਵਿੱਚ ਕਿਵੇਂ ਉੱਠਣਾ ਬੈਠਣਾ ਹੈ, ਰਿਸ਼ਤਿਆਂ 'ਚ ਨਿੱਘ ਪਿਆਰ ਮਿਠਾਸ ਕੀ ਸੀ, ਅਦਬ ਅਦਾਬ ਕੀ ਸੀ, ਇਹਨੂੰ ਸੱਭਿਆਚਾਰ ਕਲਚਰ ਕਹਿੰਦੇ ਆ। ਹੁਣ ਤੇ ਕਲਚਰ ਦੀ ਪਰਿਭਾਸ਼ਾ ਬਦਲ ਗਈ। ਸਤਿਗੁਰਾਂ ਦੇ ਭੈਣ ਜੀ ਬੈਠੇ ਆ, ਕਹਿੰਦੇ ਪਿਤਾ ਵੱਲ ਵੇਖ ਕੇ ਅੱਖਾਂ ਜਿਹੀਆਂ ਭਰ ਆਈਆਂ। ਕਿਉਂ? ਵੀ ਬਾਪੂ ਜੀ ਇਕੱਲੇ ਆ ਗਏ, ਮਾਂ ਨੂੰ ਨਹੀਂ ਲੈ ਕੇ। ਬੜੀ ਦੇਰ ਹੋ ਗਈ ਮਾਂ ਨੂੰ ਮਿਲਿਆ, ਮਾਂ ਨੂੰ ਵੇਖਿਆ, ਉਹਨਾਂ ਦਾ ਚੇਤਾ ਆਉਂਦਾ ਏ। ਸੋਰਠ ਆਇਓ ਬੋਹਰ ਜਰਾਮ, ਸਾਦਰ ਤੇ ਬੰਧਨ ਕਰੀ। ਹੁਣ ਬੈਠੇ ਬੈਠੇ ਸੁੱਖ ਸਾਂਦ ਦੋਨੇ ਪਾਸੇ ਹੋ ਰਹੀ ਹੈ। ਪਿਓ ਧੀ ਨਾਲ ਗੱਲ ਕਰਦਾ ਹੈ, ਧੀ ਪਿਤਾ ਨਾਲ ਕਰਦੀ ਹੈ, ਗੱਲਾਂ ਸਾਹਮਣੇ ਹੋ ਰਹੀਆਂ ਨੇ ਨੌਕਰਾਂ ਦੇ ਵੀ, ਕਿਉਂਕਿ ਕੋਈ ਹੈ ਹੀ ਨਹੀਂ ਚੁਗਲੀ ਵਾਲੀ ਗੱਲ, ਕੋਈ ਵਾਅਦਾ ਕਰਦਾ ਹੈ ਹੀ ਨਹੀਂ, ਸਭ ਸਾਹਮਣੇ ਸੀ। ਐਨੇ ਨੂੰ ਨਾਨਕੀ ਜੀ ਦੇ ਪਤੀ ਮਹਿਤਾ ਜੀ ਦੇ ਜਵਾਈ ਜੈ ਰਾਮ ਜੀ ਜਦੋਂ ਨਾ ਘਰ ਦੇ ਦਰਵਾਜ਼ੇ 'ਚ ਬੜੇ ਨਾ, ਪਿਤਾ ਜੀ ਨੇ ਵੇਖ ਲਿਆ, ਵੇਖ ਉਹਨਾਂ ਨੇ ਵੀ ਲਿਆ, ਤੇ ਪਿਤਾ ਪਲੰਘ ਤੋਂ ਉੱਠ ਪਏ। ਮਹਿਤਾ ਕਲਿਆਣ ਜੀ ਜਵਾਈ ਪੁੱਤਾਂ ਵਰਗੇ ਸੀ ਹੁੰਦੇ, ਅੱਗੇ ਹੁਣ ਸੱਪਾਂ ਵਰਗੇ ਆ। ਇੰਨਾ ਕੁ ਫਰਕ ਪਿਆ ਵੀ ਪੁੱਤ ਤੋਂ ਸੱਪ ਬਣ ਗਏ। ਕਦੇ ਸੱਪ ਪੁੱਤ ਬਣ ਜਾਣਗੇ? ਸਿਆਣੇ ਕਹਿੰਦੇ ਸੱਪ ਤੇ ਮਿੱਤ ਨਹੀਂ ਹੁੰਦੇ। ਜ਼ਮਾਨਾ ਇੱਧਰ ਨੂੰ ਜਾ ਰਿਹਾ ਹੈ। ਇਹਨਾਂ ਹਾਲਾਤਾਂ ਕਰਕੇ ਸਾਡਾ ਮੰਦਿਰ, ਮਸਜਿਦ, ਗੁਰਦੁਆਰੇ ਵੀ ਚੇਤ ਨਹੀਂ ਲੱਗਦਾ। ਬਾਣੀ ਪੜ੍ਹੀਏ ਪੜ੍ਹ ਨਹੀਂ ਹੁੰਦੀ, ਸੇਵਾ ਕਰੀਏ ਕਰ ਨਹੀਂ ਹੁੰਦੀ, ਰੱਬ ਰੱਬ ਕਰੀਏ ਕਰ ਨਹੀਂ ਹੁੰਦਾ। ਕਿਉਂ? ਕਿਉਂਕਿ ਆਹ ਖੱਜਲ ਖਵਾਰੀਆਂ ਲਈ ਬੈਠੀਆਂ ਦੀ। ਜੈ ਰਾਮ ਜੀ ਕਹਿੰਦੇ ਵਾਹ ਬਾਪੂ ਜੀ, ਜੀ ਆਇਆਂ ਨੂੰ, ਖੁਸ਼ ਹੋ ਕੇ ਵੇਖ ਕੇ। ਉਹ ਅੱਗੇ ਆਪਣੇ ਸਹੁਰੇ ਨੂੰ ਵੀ ਬਾਪੂ ਹੀ ਕਹਿੰਦੇ ਸੀ, ਪਿਤਾ ਸਮਾਨ ਹੈ। ਤੇ ਜਦੋਂ ਕਲਿਆਣ ਚੰਦ ਨੇ ਵੇਖਿਆ, ਪਲੰਘੇ ਤੋਂ ਉੱਠ ਪਏ, ਕਹਿੰਦੇ ਆਓ ਪੁੱਤਰ ਜੀ, ਬੜੀ ਦੇਰ ਬਾਅਦ ਵੇਖਿਆ। ਕਹਿੰਦੇ ਇੰਨੇ ਖੁਸ਼ ਹੋਏ, ਜੈ ਰਾਮ ਨੇ ਭੱਜ ਕੇ ਆਪਣੇ ਸਹੁਰਾ ਸਾਹਿਬ ਦੇ ਚਰਨੀ ਹੱਥ ਲਾਏ। ਕਹਿੰਦੇ ਪਿਤਾ ਜੀ ਠੀਕ ਹੋ? ਪਿਤਾ ਪਹਿਲੇ ਗਰਮ ਹੋ ਕੇ ਆਇਆ ਹੋਇਆ ਸੀ, ਥੋੜਾ ਥੋੜਾ ਠੀਕ ਹੈ। ਕਿਤੇ ਨਾ ਕਿਤੇ ਬਾਪੂ ਕਹਿ ਕੇ ਆਇਆ ਕੱਲ ਮੋਦੀ ਖਾਨੇ ਦੇ ਵਿੱਚ ਵੀ ਰਿਸ਼ਤੇਦਾਰਾਂ ਦਾ ਵੀ ਮਾੜਾ ਹੀ ਹਾਲ ਆ। ਵੀ ਤੈਨੂੰ ਤੇਰੇ ਰਿਸ਼ਤੇਦਾਰਾਂ ਨੇ ਮਾਤੀ ਨਹੀਂ ਦਿੱਤੀ ਪੈਸੇ ਇਕੱਠੇ ਕਰਨ ਦੀ। ਉਹ ਕੌਣ ਸੀ ਰਿਸ਼ਤੇਦਾਰ? ਆਇਓ ਸੀ। ਕਹਿੰਦੇ ਜੈ ਰਾਮ ਜੀ ਨੇ ਆ ਕੇ ਚਰਨ ਬੰਦਨਾ, ਕਹਿੰਦੇ ਪੈਰੀ ਪੈਣਾ, ਕਹਿੰਦੇ ਪੁੱਤਰ ਜੁਗ ਜੁਗ ਜੀ, ਸਿਰ ਹੱਥ ਰੱਖਿਆ, ਥਾਪੜਾ ਦਿੱਤਾ, ਕਹਿੰਦੇ ਬੈਠੋ। ਕਲਿਆਣ ਚੰਦ ਜੀ ਬੈਠੇ ਆ, ਉਹ ਸਾਹਮਣੇ ਬਹਿ ਗਏ ਇੱਕ ਟੇਬਲ ਜਾ ਲੈ ਕੇ, ਸੁੱਖ ਸਾਂਦ ਗੱਲਾਂ ਬਾਤਾਂ। ਕਹਿੰਦੇ ਬੜੇ ਲੰਬੇ ਸਮੇਂ ਬਾਅਦ ਆਏ ਹੋ, ਉਲਾਂਭਾ ਤੁਹਾਡੇ ਪਰ, ਬਸ ਪਿਆਰ ਦੀਆਂ ਗੱਲਾਂ। ਤਿੰਨੋਂ ਜਣੇ ਬੈਠੇ, ਨਾਨਕੀ ਜੀ, ਉਹਨਾਂ ਦੇ ਪਤੀ ਤੇ ਸਤਿਗੁਰਾਂ ਦੇ ਪਿਤਾ ਜੀ। ਕੁਛ ਦੇਰ ਤੱਕ 24-25 ਮਿੰਟ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਮਿਲ ਬੈਸੀ ਸਭ ਧਾਮ, ਰਿਦਾ ਅਮੁਦ ਹੈ ਜੰਗ ਪਰ। ਜਦੋਂ ਤਿੰਨੋਂ ਬੈਠੇ, ਕਹਿੰਦੇ ਗੱਲਾਂ ਬਾਤਾਂ ਬੜੀਆਂ ਸੋਹਣੀਆਂ ਸੀ, ਬਹੁਤ ਖੁਸ਼ੀ ਜ਼ਾਹਰ ਕੀਤੀ ਦੋਨੇ ਤਰਫਾਂ ਤੋਂ। ਇੰਨੇ ਨੂੰ ਪਰਮਾਨੰਦ ਜੀ ਆ ਗਏ, ਜੈ ਰਾਮ ਦੇ ਪਿਤਾ, ਉਹ ਵੀ ਕੁੜਮਾਚਾਰੀ, ਮਿਲੇ ਇੱਕ ਦੂਜੇ, ਬੜਾ ਪਿਆਰ ਵੰਡਿਆ। ਦੋਨੇ ਮੰਜੀਆਂ ਤੇ ਆਮੋ ਸਾਹਮਣੇ ਬੈਠੇ ਆ। ਸਤਿਗੁਰਾਂ ਦੇ ਪਿਤਾ ਜੀ ਉਖੜੇ ਉਖੜੇ ਬੈਠੇ, ਆਏ ਤੇ ਧੀ ਦੇ ਘਰ, ਖੁਸ਼ ਵੀ ਬੜੇ ਆ, ਖੁਸ਼ੀ ਦੀਆਂ ਗੱਲਾਂ ਵੀ ਕਰ ਲੀਆਂ। ਪਰ ਜਿਹੜਾ ਬੰਦਾ ਅੰਦਰੋਂ ਦੁਖੀ ਆ ਨਾ, ਬਾਹਰ ਜਿੰਨੀ ਮਰਜ਼ੀ ਸਮਾਈ ਲੈ ਆਏ, ਪਤਾ ਲੱਗ ਜਾਂਦਾ ਹੈ ਵੀ ਖੁਸ਼ ਨਹੀਂ ਹੈ। ਪਿਤਾ ਜੀ ਨੂੰ ਚਿੰਤਾ ਸਤਾ ਰਹੀ ਸੀ ਪੁੱਤ ਦੀ, ਚਾਹੁੰਦੇ ਸੀ ਜੈ ਰਾਮ ਨਾਲ ਗੱਲ ਕਰਾਂ। ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਨਾਨਕ ਨੂੰ ਇੱਥੇ ਲੈ ਦੇ ਆਏ, ਰੱਖਦੇ ਲਿਆ, ਹਾਲ ਤੇ ਉਹਦਾ ਉਹੀ ਹੈ ਜਿਹੜਾ ਪਿੰਡ ਸੀ। ਫਿਰ ਇੱਥੇ ਰਹਿਣ ਤੇ ਉੱਥੇ ਰਹਿਣ ਚ ਫਰਕ ਕੀ ਹੈ? ਅੰਦਰ ਤੇ ਭੁਚਾਲ ਬਚਿਆ ਪਿਆ। ਕਹਿੰਦੇ ਘੰਟਾ ਡੇਢ ਘੰਟਾ ਬੈਠਣ ਤੋਂ ਬਾਅਦ, ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਸਤਿਗੁਰਾਂ ਦੇ ਪਿਤਾ ਫਿਰ ਗੱਲ ਕਰਨੀ ਚਾਹੁੰਦੇ ਸੀ। ਉਹਨਾਂ ਨੇ ਇੱਧਰ ਦੀ ਸੁੱਖ ਸਾਧ ਪੁੱਛੀ, ਉਹਨਾਂ ਉੱਧਰ ਦੀ ਪੁੱਛ ਲਈ। ਰਾਏ ਬੁਲਾਰ ਜੀ ਦਾ ਜ਼ਿਕਰ ਹੋ ਗਿਆ, ਨਵਾਬ ਦੌਲਤ ਖਾਨ ਦਾ ਜ਼ਿਕਰ ਹੋਇਆ, ਪਰ ਇਹਨਾਂ ਗੱਲਾਂ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ। ਕੁਝ ਵਰਗਲੀ ਗੱਲਾਂ ਸਾਡੀਆਂ ਲੋਕਾਂ ਚਾਰੂ ਹੁੰਦੀਆਂ ਨੇ, ਧਿਆਨ ਸਾਡਾ ਕਿਤੇ ਹੋਰ ਹੁੰਦਾ। ਆਪਾਂ ਪੁੱਛਦੇ ਹਾਂ ਫਲਾਣਾ ਕਿਵੇਂ ਠੀਕ ਹੈ,
ਉਹ ਕਿੱਦਾਂ ਹੈ, ਫਲਾਣਾ ਕਿਵੇਂ ਹੈ, ਅੰਦਰ ਕੋਈ ਹਮਦਰਦੀ ਨਹੀਂ, 1% ਵੀ ਨਹੀਂ। ਇੱਕ ਲੋਕਾਂ ਚਾਰੂ ਪੁੱਛਣਾ ਪੈਂਦਾ ਵੀ ਯਾਰ ਜੇ ਨਾ ਪੁੱਛਿਆ ਉਹ ਕਹਿਣਗੇ ਸਾਡੇ ਬਾਰੇ ਕੀ ਪੁੱਛਦੇ। ਗੱਲਾਂ ਦੀਆਂ ਚੱਲੀਆਂ ਇੱਧਰ ਉੱਧਰ ਦੀਆਂ ਪਿੰਡ ਦੀਆਂ ਸਾਰੀਆਂ, ਪਰ ਸਤਿਗੁਰਾਂ ਦੇ ਪਿਤਾ ਅੰਦਰੋਂ ਅੰਦਰ ਖਿਝ ਰਹੇ ਨੇ, ਗੁੱਸਾ ਆ ਰਿਹਾ ਵੀ ਪੁੱਤ ਮੇਰਾ ਕਿਉਂ ਕੁਝ ਕਮਾਉਂਦਾ ਨਹੀਂ। ਸਸ ਬਦਨਾ ਸੰਦ ਮਿਲ ਰਲ ਬੈਸਾ ਕੁਸਲ ਬਗੀਸਾ ਬਚ ਤਬ ਕਾਲੋ ਕਹਿਤ ਉਤਾਲੋ। ਸਤਿਗੁਰਾਂ ਦੇ ਪਿਤਾ ਕਾਲੂ ਜੀ ਕਹਿੰਦੇ ਐਨੇ ਉਤਾਵਲੇ ਹੋ ਗਏ, ਰਿਹਾ ਨਾ ਗਿਆ, ਜਿਹੜੀ ਗੱਲ ਕਹਿਣੀ ਕਹਿ ਦਿੱਤੀ। ਕਹਿੰਦੇ ਫਿਰ ਨਾਨਕ ਜੀ ਕਿਵੇਂ ਨੇ ਅੱਜ ਕੱਲ੍ਹ, ਇਹਨਾਂ ਨਹੀਂ ਦੱਸਿਆ ਸੀ ਮੋਦੀ ਖਾਨੇ ਜਾ ਕੇ। ਅੱਗੇ ਨਾ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ, CIA ਸਟਾਫ ਬਣੇ ਹੁੰਦੇ ਸੀ, NIA ਇਨਵੈਸਟੀਗੇਸ਼ਨ ਕਰਨੀ, ਘਰੇ ਕਿਸੇ ਨੂੰ ਨਹੀਂ ਪਤਾ ਵੀ ਮੋਦੀ ਖਾਨੇ ਹੋ ਕੇ ਫੇਰ ਹੀ ਆਏ ਨੇ। ਉੱਥੇ ਤਾਂ ਵੇਖ ਆਏ ਪੁੱਤ ਦਾ ਹਾਲ, ਕੰਨੀ ਹੱਥ ਲਾਏ, ਕਹਿੰਦੇ ਤੂੰ ਨਹੀਂ ਕੁਝ ਬਣ ਸਕਦਾ, ਬਸ ਮੈਂ ਤੇ ਤੂੰ ਆਸਾਂ ਛੱਡੀਆਂ, ਝੜ ਝੱਬ ਕਰ ਆਏ ਨਾ ਆਪਣੇ ਕੋਲੋਂ ਮਨ ਦੀ ਤਸੱਲੀ। ਹੁਣ ਇੱਧਰ ਵੇਖਦੇ ਵੀ ਰਿਸ਼ਤੇਦਾਰ ਕੀ ਕਹਿੰਦੇ ਆ, ਇਹ ਉਹੀ ਕਹਿਣਗੇ ਬੜੀ ਕਿਰਪਾ ਨਾਨਕ ਜੀ ਤੇ, ਬੜੀ ਭਗਤੀ, ਬੜਾ ਸੋਹਣਾ ਕਮਾਉਂਦੇ ਆ। ਕਮਾ ਕੇ ਪੁੱਛਣਗੇ ਫਿਰ ਕਮਾਈ ਕਿੱਥੇ ਹੈ, ਉਸ ਸੰਦਰਭ ਚ ਬੋਲ ਰਹੇ ਆ। ਕਹਿੰਦੇ ਫਿਰ ਅੱਜ ਕੱਲ ਨਾਨਕ ਕਿੱਦਾਂ ਕੰਮ ਕੁਮ ਕਰਦੇ ਆ, ਸੁਣਿਆ ਬੜਾ ਵੱਡਾ ਮੋਦੀ ਖਾਨਾ ਪਾ ਲਿਆ। ਜੈ ਰਾਮ ਜੀ ਕਹਿੰਦੇ ਹਾਂਜੀ ਬੜੀ ਰੱਬ ਦੀ ਕਿਰਪਾ ਹੈ, ਬਹੁਤ ਮਿਹਨਤੀ ਹਨ। ਸੁਤਮਾ ਮੇ ਆਇਓ ਨਹੀਂ ਸਮਝਾਇਓ ਕਰਤ ਕੁਕਾਰਾ ਸਦਨ ਉਜਾਰਾ। ਜਦੋਂ ਜੈ ਰਾਮ ਜੀ ਨੇ ਆਖਿਆ ਵੀ ਬਹੁਤ ਮਿਹਨਤੀ ਨੇ, ਮਿਲਣਸਾਰ ਨੇ, ਬਾਪੂ ਪਤਾ ਕੀ ਕਹਿੰਦੇ, ਕਹਿੰਦੇ ਲੱਗਦਾ ਨਹੀਂ। ਉਹ ਚੁੱਪ ਹੋ ਗਏ ਇੱਕਦਮ ਵੀ ਇਹ ਕਿਹੋ ਜਿਹੀ ਗੱਲਾਂ ਕਰਦੇ ਆ। ਕਹਿੰਦੇ ਜਿੱਦਣ ਦਾ ਜੰਮਿਆ ਘਰ ਹੀ ਉਜਾੜਿਆ, ਖੁਰਸਤ ਨਾਮ ਤੋਪ ਦਾ ਪਹਿਲਾ ਪੈਰ। ਜਿੱਦਣ ਦਾ ਜੰਮਿਆ ਘਰ ਉਜਾੜ ਕੇ ਰੱਖਤਾ, ਉਹ ਇਹਦਾ ਨਹੀਂ ਕੁਝ ਬਣ ਸਕਦਾ। ਮੋਦੀ ਖਾਨਾ ਲਾਈ ਤੁਸੀਂ, ਜਾ ਕੇ ਹਾਲ ਤੇ ਵੇਖੋ, ਨਹੀਂ ਸੁਧਰ ਸਕਦਾ। ਨਾ ਉਹ ਸੁਧਰੇ ਨਾ ਤੁਸੀਂ ਉਹਨੂੰ ਸੁਧਰਨ ਦੇਣਾ, ਖੁਰਸਤ ਨਾਮ। ਜੈ ਰਾਮ ਚੁੱਪ ਹੋ ਗਏ ਵੀ ਅਸੀਂ ਕੀ ਕਿਹਾ ਉਹਨਾਂ ਨੂੰ, ਪਰ ਪਿਤਾ ਜੀ ਬੜੇ ਗੁੱਸੇ ਵਿੱਚ ਬੋਲਦੇ ਆ, ਗੁੱਸਾ ਪ੍ਰਗਟ ਕਰਦੇ ਆ। ਕਹਿੰਦੇ ਇਹ ਜ਼ਿੰਦਗੀ 'ਚ ਕਮਾਈ ਨਹੀਂ ਕਰ ਸਕਦਾ, ਕਮਾਊ ਪੁੱਤ ਨਹੀਂ ਬਣ ਸਕਦਾ, ਨਿਖੱਡੂ ਹੈ, ਵਿਹਲੜ ਹੈ, ਬਸ ਜੋ ਆਇਆ ਉਹ ਗਵਾਇਆ। ਜਦੋਂ ਕਹਿੰਦੇ ਇਹ ਬਚਨ ਸੁਣੇ, ਸਤਿਗੁਰਾਂ ਦੇ ਭੈਣ ਨਾਨਕੀ ਜੀ ਬੜੇ ਹੈਰਾਨ ਹੋ ਗਏ ਵੀ ਬਾਪੂ ਜੀ ਆਏ ਪਿੰਡੋਂ ਨੇ, ਇੱਥੋਂ ਦਾ ਭੇਦ ਕਿਵੇਂ ਜਾਣਦੇ ਆ। ਅੱਗੇ ਪੁਰਾਣੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਕਦੇ ਆਪਣਿਆਂ ਨੂੰ ਪੁੱਛ ਕੇ ਵੇਖਿਓ ਜੀ, ਉਹਨਾਂ ਕਿਤੇ ਸਹੁਰੇ ਵੀ ਜਾਣਾ ਨਾ, ਸਹੁਰੇ ਘਰ ਬਾਅਦ ਚੋਂ ਜਾਣਾ, ਪਹਿਲਾਂ ਪਿੰਡ ਦੀ ਫਿਰਨ 'ਚ 15-20 ਬੰਦਿਆਂ ਨੂੰ ਜਾ ਕੇ ਪੁੱਛ ਲੈਣਾ, ਗੱਲਾਂ ਬਾਤਾਂ ਕਰਦੇ ਕਰਦੇ, ਹੋਰ ਪੁਰਾਣਿਆਂ ਕਿਵੇਂ, ਫਲਾਣਾ ਸਾਹਿਬ ਕਿਵੇਂ। ਐਨੀ ਨੋਂਦੀਆਂ ਖਬਰਾਂ ਘਰ ਦੀਆਂ ਪਤਾ ਲੱਗ ਜਾਂਦੀਆਂ ਸੀ। ਫਿਰ ਉੱਥੇ ਦੇਖਦੇ ਸੀ ਵੀ ਕਲੇਸ਼ ਸੱਚੀ ਹੈਗਾ ਕਿ ਠੀਕ ਠਾਕ ਹੀ ਹੈ, ਉੱਤੋਂ ਹੀ ਪਰਦੇ ਪਾਉਂਦੇ ਆ। ਅੱਗੇ ਸੁਭਾਅ ਸੀ ਦਾ। ਜਦੋਂ ਕਹਿੰਦੇ ਅਚਲ ਚੇਤ ਉਹਨਾਂ ਨੇ ਸ਼ਬਦ ਬੋਲ ਦਿੱਤੇ ਨਾ, ਕਹਿੰਦੇ ਉਹ ਵਿਹਲੜ ਕੰਮਕਾਰ ਜੋਗਾ ਨਹੀਂ, ਧੇਲਾ ਨਹੀਂ ਉਹਨੇ ਕਮਾਇਆ, ਉਹਨੂੰ ਤੇ ਕਮਾਈ ਦਾ ਪਤਾ ਹੀ ਕੁਛ ਨਹੀਂ ਹੁੰਦੀ ਕੀ ਹੈ। ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਜੈ ਰਾਮ ਜੀ ਨੇ। ਇਹ ਬੋਲ ਕੀ ਰਹੇ ਨੇ, ਸੁਧ ਨਹਿ ਲੀਨੋ ਤੁਮ ਕਿਆ ਕੀਨੋ ਸੋਟ ਵਿਸਾਰਾ ਕਹਿ ਧਨ ਡਰ। ਇੱਥੋਂ ਤੱਕ ਕਹਿ ਦਿੱਤਾ, ਕੀ ਫਾਇਦਾ ਤੁਹਾਡੇ ਕੋਲ ਆਉਣ ਦਾ ਉਹਦਾ। ਰਾਏ ਬਲਾਰ ਕਹਿੰਦਾ ਸੀ ਸੁਲਤਾਨਪੁਰ ਲੋਧੀ ਜਾਊ, ਸਿਆਣਾ ਬਣ ਜੂ। ਕਹਿੰਦੇ ਜਿਹੋ ਜਿਹਾ ਮੇਰਾ ਪੁੱਤ ਉੱਥੇ ਕਮਲ ਕੁੱਟਦਾ ਸੀ, ਉਹੋ ਜੇ ਇੱਥੇ ਕੁੱਟਦਾ ਹੈ। ਇਹੋ ਜੇ ਕੰਮ ਨਾਲੋਂ, ਇਹੋ ਜੀ ਕਿਰਤ ਨਾਲੋਂ ਨਾ ਹੀ ਕਰਦਾ ਚੰਗਾ ਸੀ। ਰਿਸ਼ਤੇਦਾਰਾ ਤੂੰ ਕੀ ਕਰਿਆ, ਖੁਦਾ ਨਾਮ ਤੂੰ ਕੀ ਕੀਤਾ। ਕਿਉਂਕਿ ਉਹ ਜਿੱਦਾਂ ਦਾ ਪ੍ਰੇਮ ਨਾਨਕ ਜੀ ਨੂੰ ਕਰਦੇ ਆ, ਉਦਾਂ ਦਾ ਹੀ ਇਹਨਾਂ ਨੂੰ ਕਰਦੇ ਆ। ਸੱਚੀ ਪੁਰਾਣੇ ਬਜ਼ੁਰਗਾਂ ਦੇ ਦਿਲ 'ਚ ਹੁੰਦਾ ਕੁਛ ਨਹੀਂ ਸੀ, ਬੋਲ ਪੜਾ ਦਿੰਦੇ ਸੀ, ਪੈ ਜਾਂਦੇ ਸੀ। ਜੈ ਰਾਮ ਬੜੇ ਅਚਰਜ ਹੋਏ, ਹੈਰਾਨ ਹੋਏ। ਮੈਂ ਕਿਹਾ ਕੁਛ ਨਹੀਂ, ਆਏ ਪਿੰਡੋਂ ਨੇ, ਇਹ ਤੇ ਮੇਰੀ ਗੱਲ ਪੈ ਗਏ। ਉਹ ਸਿਆਣੇ ਸੀ, ਨਹੀਂ ਬੋਲੇ ਵੀ ਚਲੋ ਬਜ਼ੁਰਗ ਨੇ, ਕੋਈ ਗੱਲ ਨਹੀਂ। ਪਰ ਉਹ ਕਹਿੰਦੇ ਤੂੰ ਵਿਗਾੜ ਦਿੱਤਾ ਮੇਰਾ ਪੁੱਤ, ਇਹ ਤੇ ਪਹਿਲਾਂ ਹੀ ਮਾਰਨੀ ਸੀ, ਕੰਮ ਤੇ ਵੀ ਲਾਇਆ। ਜਿੱਦਣ ਇਹਨੂੰ ਹਿਸਾਬ ਕਿਤਾਬ ਹੋਇਆ ਨਾ, ਹਿਸਾਬ ਕਿਤਾਬ ਵਿੱਚ ਉਲਝ ਜੂਗਾ। ਜੈ ਰਾਮ ਇੱਜ਼ਤ ਤੇਰੀ ਵੀ ਨਹੀਂ ਰਹਿਣੀ। ਆਖੋ ਸਤਿਨਾਮ। ਦਾਬੇ ਮਾਰਦੇ ਆ ਜਾਂ ਸਲਾਹ ਲੈਂਦੇ ਆ ਜਾਂ ਪੁੱਛਦੇ ਆ, ਨਹੀਂ ਪਤਾ
ਝਿੜਕਦਾ ਗੱਲਾਂ ਗੱਲਾਂ 'ਚ ਜੈ ਰਾਮ ਜੀ ਨੂੰ, ਕਹਿੰਦੇ ਮੇਰਾ ਪੁੱਤ ਰਿਸ਼ਤੇਦਾਰਾਂ ਨੇ ਵੱਧ ਵਿਗਾੜਤਾ, ਕਹਿੰਦੇ ਜੀ ਸਾਧੂ ਹੈ, ਮਹਾਪੁਰਖ ਹੈ, ਮਾੜਾ ਨਹੀਂ ਕਹਿਣਾ। ਵੇਖ ਜਾ ਕੇ ਮੋਦੀ ਖਾਨੇ ਤੇ ਹਾਲ ਕੀ ਹੈ। ਜਿਹੜੇ ਹਿਸਾਬ ਨਾਲ ਉਹ ਲਟਾਉਣ ਲੱਗਿਆ ਨਾ ਮੋਦੀ ਖਾਨਾ, ਮੈਨੂੰ ਲੱਗਦਾ ਮੇਰਾ ਜੱਦੀ ਪਿੰਡ ਵਾਲਾ ਘਰ ਵੀ ਨਹੀਂ ਰਹਿਣਾ। ਆਖੋ ਸਤਿਨਾਮ। ਪਿਤਾ ਇੱਥੋਂ ਤੱਕ ਬੋਲ ਗੁੱਸਾ ਸੀ ਅੰਦਰ, ਕਿਉਂਕਿ ਉਹ ਸਤਿਗੁਰਾਂ ਨੂੰ ਸਤਿਗੁਰ ਨਹੀਂ ਜਾਣਦੇ। ਉਹਨਾਂ ਨੂੰ ਲੱਗਦਾ ਵੀ ਪੁੱਤ ਮੇਰਾ ਨਿਕੰਮਾ, ਇਹ ਕੰਮਕਾਰ ਕਿਉਂ ਨਹੀਂ ਕਰਦਾ, ਕਿਰਤ ਕਿਉਂ ਨਹੀਂ ਕਰਦਾ, ਜੇ ਕਰਦਾ ਹੈ ਤੇ ਪੈਸੇ ਨਹੀਂ ਸੰਭਾਲਦਾ, ਸੇਵਿੰਗ ਕਿਉਂ ਨਹੀਂ ਕਰਦਾ। ਜੈ ਰਾਮ ਜੀ ਨੂੰ ਕਹਿਣ ਲੱਗੇ, ਕਹਿੰਦੇ ਜੇ ਆਹੀ ਕੁਛ ਉਹਨੇ ਕਰਨਾ ਸੀ, ਤੁਹਾਡੇ ਕੋਲ ਵੀ ਆ ਕੇ ਇਹੀ ਕੁਝ ਕਰਨਾ, ਤੇ ਫਿਰ ਤੁਹਾਡਾ ਕੀ ਫਾਇਦਾ। ਦੁਨੀਆ ਤੇ ਹਰ ਰਿਸ਼ਤੇ ਵਿੱਚ ਇਹ ਸ਼ਬਦ ਚੱਲਦਾ, ਤੇਰਾ ਕੀ ਫਾਇਦਾ ਹੈ, ਤੇਰੇ ਨਾਲ ਉੱਠਣ ਬੈਠਣ ਦਾ ਕੀ ਫਾਇਦਾ ਹੈ, ਤੈਨੂੰ ਸਮਝਾਉਣ ਦਾ ਕੀ ਫਾਇਦਾ ਹੈ। ਹਰ ਰਿਸ਼ਤੇ ਦੇ ਵਿੱਚ ਮਨੁੱਖ ਫਾਇਦੇ ਹੀ ਬਣਾਉਂਦਾ। ਆਖੋ ਸਤਿਨਾਮ। ਕਿਤੇ ਨਾ ਕਿਤੇ ਰਿਸ਼ਤੇ ਮਾਇਆ ਨਾਲ ਜੁੜੇ ਤੇ ਫਾਇਦੇ ਚੱਲਦੇ ਆ, ਲਾਭ ਹਾਨੀਆਂ ਨੇ। ਕਹਿੰਦੇ ਜੈ ਰਾਮ ਤੂੰ ਕੀ ਸਮਝਾਇਆ, ਤੇਰੇ ਕੋਲ ਰਹਿਣ ਦਾ ਫਾਇਦਾ ਕੀ ਹੈ। ਮੈਂ ਤੇ ਸੋਚਿਆ ਸੀ ਸੁੱਖ ਦੀ ਹਵਾ ਸੀ ਵੀ ਚਲ ਤੁਸੀਂ ਆਪ ਕੰਮਕਾਜ ਵਧੀਆ ਕਰਦੇ ਹੋ, ਇਹਨੂੰ ਚੰਡ ਕੇ ਰੱਖੋਗੇ, ਸੰਭਾਲ ਕੇ ਰੱਖੋਗੇ, ਤੁਹਾਡੇ ਤੋਂ ਡਰਦਾ ਹੋਇਆ 4 ਪੈਸੇ ਇਕੱਠੇ ਕਰੋ। ਕੀ ਇਹਦੀ ਜ਼ਿੰਦਗੀ ਹੈ। ਕੱਲ ਵੱਡਾ ਹੋ ਕੇ ਇਹ ਕੀ ਕਰੇਗਾ। ਨੈਣ ਬਿਹਾਵਾ ਨਹਿਨ ਵਿਵਾਹ ਚਿਤ ਮੇ ਚਾਹ ਧਨ ਨਹਿ ਖੋਵੇ ਅਸ ਵਿਦਿ ਹੋਵੇ। ਕਹਿੰਦੇ ਨਾ ਇਹ ਵਿਆਹਿਆ ਤੇ ਨਾ ਕਿਸੇ ਨੇ ਵਿਆਹਣਾ। ਵਿਆਹ ਵੀ ਤਾਂ ਹੋਊ ਜੇ ਕੋਲੇ ਪੂੰਜੀ ਹੋਊ, 4 ਪੈਸੇ ਹੋਣਗੇ। ਇਹਨੂੰ ਤੇ ਪੈਸੇ ਗਵਾਓ ਕੇ ਪਤਾ ਨਹੀਂ ਕਿਹੜਾ ਚਾਅ ਚੜਦਾ ਹੈ। 4 ਪੈਸੇ ਹੋ ਜਾਂਦੇ ਆ, ਉਹਦੀ ਤੁਰ ਪੈਂਦਾ ਬਟਨ, ਉਹਦੀ ਦਾਨੀ ਬਣ ਜਾਂਦਾ ਹੈ। ਦਾਨ ਪੁਣਿਆਂ ਦੇ ਨਾਲ ਘਰ ਨਹੀਂ ਜੇ ਚੱਲਦੇ। ਜੈ ਰਾਮ ਤੂੰ ਕਿੰਨੇ ਕੁ ਦਾਨ ਕਰਦਾ ਹੈ, ਕਿੰਨਾ ਕੁ ਵੰਡਦਾ ਹੈ। ਸੱਚੀ ਇਹ ਸੁਭਾਵਿਕ ਗੱਲ ਹੈ, ਜਿਹੜਾ ਬੰਦਾ ਦੂਜੇ ਨੂੰ ਮੱਤ ਦਿੰਦਾ ਨਾ, ਦਾਨ ਕਰੋ ਦਾਨ ਕਰੋ, ਕਦੇ ਉਹਦੇ ਪਰਸਨਲ ਲਾਈਫ 'ਚ ਜਾ ਕੇ ਵੇਖੋ ਉਹ ਕਿੰਨੇ ਕੁ ਕਰਦਾ ਹੈ। ਇਹ ਸਿਰਫ ਲੋਕਾਂ ਨੂੰ ਸਮਝਾਉਣ ਲਈ ਦਾਨ ਕਰੋ, ਪੁੰਨ ਕਰੋ, ਪਾਠ ਕਰੋ। ਮੈਂ ਬੜਿਆਂ ਦੇ ਨੇੜੇ ਹੋ ਕੇ ਵੇਖਿਆ ਜਿਹੜੇ ਕਹਿਣਗੇ ਨਾ ਬਾਰ ਬਾਰ ਉਹ ਪਾਠ ਕਰ ਲਿਆ ਕਰ, ਗੱਲਾਂ ਮਾਰਦਾ ਹੈ। ਕਦੇ ਆਪਣੀ ਰੂਟੀਨ ਚੈੱਕ ਕਰਿਓ ਜਾ ਕੇ, ਨਿਤਨੇਮ ਵੀ ਨਹੀਂ ਕਰਦਾ। ਜਿਹੜਾ ਲੋਕਾਂ ਨੂੰ ਕਹੂਗਾ ਸੇਵਾ ਕਰੋ ਸੇਵਾ ਕਰੋ, ਉਹ ਆਪ ਉਹ ਸੇਵਾ ਦੇ ਨੇੜੇ ਵੀ ਨਹੀਂ ਹੁੰਦਾ। ਸਿਰਫ ਦਿਖਾਵਾ ਹੈ ਦੁਨੀਆ ਦੇ ਵਿੱਚ, ਪਰ ਸਾਰੇ ਲੋਕ ਵੀ ਐਸੇ ਨਹੀਂ ਹੁੰਦੇ। ਵਿਰਲੇ ਨੇ ਚੜ੍ਹਦੀ ਕਲਾ ਵਾਲੇ। ਪਿਤਾ ਜੀ ਕਹਿੰਦੇ ਇਹ ਨਖੱਟੂ ਹੋ ਗਿਆ, ਕੰਮਕਾਰ ਨਹੀਂ ਕੋਈ ਕਰਦਾ। ਜੈ ਰਾਮ ਤੂੰ ਕਿੰਨੇ ਕੁ ਦਾਨ ਕਰ ਲੈਂਦਾ ਜਿਹੜਾ ਉਹ ਸਾਰਾ ਦਿਨ ਦਾਨੀ ਬਣਿਆ ਰਹਿੰਦਾ। ਕਹਿੰਦੇ ਨਾਲ ਇੱਕ ਰਲਿਆ ਉਹਦੇ ਬਾਲਾ ਜਿਹੋ ਜਿਹਾ ਆਪ ਉਹ ਜਿਹਾ ਬਿਲਰ ਰਲਾ ਲਿਆ। ਸਤਿਨਾਮ। ਉੱਥੇ ਕੀ ਕਹਿੰਦੇ ਸੀ, ਮੇਰੇ ਦੋਨੇ ਪੁੱਤ ਬੜੇ ਸਿਆਣੇ ਨੇ, ਮੈਨੂੰ ਬੜੀਆਂ ਸਾਂ ਤੁਹਾਡੇ। ਇਹ ਬਜ਼ੁਰਗਾਂ ਦਾ ਹੀ ਕੰਮ ਹੁੰਦਾ ਹੈ। ਅੱਜ ਵੀ ਆਪਣੇ ਘਰਾਂ 'ਚ ਬਜ਼ੁਰਗ ਨੇ, ਆਪਣੀ ਕਿੱਥੇ ਬਣਦੀ ਉਹਨਾਂ ਨਾਲ, ਇਹਨਾਂ ਕਰਕੇ ਨਹੀਂ ਬਣਦੀ। ਉਹ ਆਪਣੇ ਹਿਸਾਬ ਨਾਲ ਸਮਝਾਉਂਦੇ, ਆਪਾਂ ਕਹਿੰਦੇ ਅਸੀਂ ਮਾਡਰਨ ਹੋ ਗਏ। ਯਾਰ ਬਾਪੂ ਗੱਲ ਦੇਖ ਕੇ ਕਰਿਆ ਕਰ, 4G ਜ਼ਮਾਨਾ ਚੱਲਦਾ, ਤੂੰ ਕਿਹੜੀਆਂ ਗੱਲਾਂ ਕਰਦਾ। ਉਹ ਕਹਿੰਦਾ ਅੱਗ ਲੱਗੇ ਤੇਰੇ 4G ਨੂੰ, ਅੱਗ ਲੱਗੇ ਤੇਰੇ ਬ੍ਰਾਂਡਾਂ ਨੂੰ। ਕੱਪੜੇ ਹੁੰਦੇ ਤਨ ਢੱਕਣ ਵਾਸਤੇ, ਫੁਕਰਬੰਦੀਆਂ ਵਾਸਤੇ ਸੁਣਨਾ ਪੈਂਦਾ ਰੋਜ਼। ਕੋਈ ਲੱਖ ਆਖੀ ਜਾਏ ਨਹੀਂ ਨਹੀਂ ਸਾਡੇ ਨਹੀਂ ਹੁੰਦਾ, ਹੁੰਦਾ ਸਮਝਦੇ ਹੀ ਹੈ। ਪੁਰਾਣੇ ਬਜ਼ੁਰਗ ਜਿਨ੍ਹਾਂ ਘਰਾਂ ਵਿੱਚ ਨੇ ਇਹੀ ਕੁਛ ਹੈ, ਜਿੰਨੇ ਮਰਜ਼ੀ ਪੜ੍ਹ ਗਏ ਪਰ ਉਹ ਬਰਦਾਸ਼ਤ ਨਹੀਂ ਕਰ ਸਕਦੇ। ਇੱਕਦਮ ਜਿਹੜਾ ਚੇਂਜ ਆ ਗਿਆ ਨਾ ਜ਼ਮਾਨੇ 'ਚ, ਉਹਨਾਂ ਤੋਂ ਨਹੀਂ ਸਹਿਆ ਜਾਂਦਾ। ਇਹੀ ਕਾਰਨ ਹੈ ਕਈਆਂ ਦੀ ਨੂੰਹਾਂ ਪੁੱਤਾਂ ਨਾਲ ਨਹੀਂ ਬਣਦੀ। ਕਹਿੰਦੇ ਪਾਲਿਆ ਬੈਗ ਤੁਰ ਪਏ ਸਵੇਰੇ ਸਵੇਰੇ, ਅਸੀਂ ਰੱਖੇ ਪਿੱਛੇ ਜਵਾਬ ਗੋਦੀ ਚੱਕਰ ਚਾਹਾਂ ਬੁਲਾਉ, ਉਹ ਲੜਦੇ ਫਿਰਦੇ ਘਰੇ। ਉਹਨਾਂ ਨੂੰ ਲੱਗਦਾ ਸੀ ਜੌਬ ਤੇ ਜਾ ਕੇ, ਕਹਿੰਦੇ ਸਾਨੂੰ ਤੁਹਾਡੀ ਜੌਬ ਦਾ ਕੀ ਫਾਇਦਾ, ਅਸੀਂ ਆਪਣੀ ਕੀਤੀ, ਸਾਡੀ ਪੈਨਸ਼ਨ ਤੇ ਤੁਸੀਂ ਖਾ ਗਏ, ਤੁਹਾਡੇ ਜਵਾਕਾਂ ਦਾ ਅਸੀਂ ਹਿਸਾਬ ਕਰੀਏ। ਹੁਣ ਉਹ ਲੜਦੇ ਫਿਰਦੇ ਆ ਜੀ। ਕਿਤੇ ਨਾ ਕਿਤੇ ਗੱਲਾਂ ਸੱਚੀਆਂ ਉਹਨਾਂ ਦੀਆਂ ਨਾ ਜ਼ਿੰਦਗੀ ਦੀਆਂ। ਹੁਣ ਪਿਤਾ ਜੀ ਨੇ ਜਦੋਂ ਕੋਰੇ ਕੋਰੇ ਬਚਨ ਕਹਤੇ, ਜੈ ਰਾਮ ਜੀ ਨੇ ਨੀਵੀਂ ਪਾ ਲਈ ਵੀ ਇਹਨਾਂ ਨਾਲ ਬਹਿਸ ਨਹੀਂ ਆਪਾਂ ਕਰਨੀ। ਆਖੋ ਸਤਿਨਾਮ। ਕੀ ਮਿਲੂਗਾ, ਕੁਛ ਨਹੀਂ ਮਿਲਣਾ। ਗੁਰੂ ਸਾਹਿਬ ਨੂੰ ਤੇ ਬੋਲ ਕੇ ਆਇਆ ਜੋ ਬੋਲਿਆ ਜਾਣਾ ਸੀ, ਬਖਸ਼ਿਆ ਇਹਨਾਂ ਨੂੰ ਵੀ। ਕਹਿੰਦੇ ਕੁਛ ਨਹੀਂ ਬਣ ਸਕਦਾ। ਜਿੰਨੇ ਬੱਚੇ ਵਿਗੜਦੇ ਨੇ ਰਿਸ਼ਤੇਦਾਰਾਂ ਦੇ ਸਿਰਾਂ ਦੀ ਵਿਗੜਦੇ ਆ। ਗੱਲ ਸੱਚੀ ਹੈ ਇਹ, ਪਰ ਗੁਰੂ ਸਾਹਿਬ ਦੇ ਜੀਵਨ ਤੇ ਨਹੀਂ ਢੁਕਣੀ। ਸੱਚੀ ਗੱਲ ਹੈ। ਜਿਹੜਾ ਜਵਾਕ ਰਿਸ਼ਤੇਦਾਰੀ 'ਚ ਬਹੁਤਾ ਜਾਂਦਾ ਨਾ, ਕੰਮ ਕੁਮ ਜੋਗਾ ਨਹੀਂ ਹੁੰਦਾ। ਕਿਉਂਕਿ ਰਿਸ਼ਤੇਦਾਰ ਟੀਕਾ ਲਾਈ ਰੱਖ, ਤੈਨੂੰ ਕੀ ਲੋੜ ਆ, ਤੇਰੇ ਕੋਲ ਤਾਂ 20 ਕਿੱਲੇ ਜ਼ਮੀਨ ਦੇ ਆ, ਤੂੰ ਤੇ ਕੈਨੇਡਾ ਅਮਰੀਕਾ 'ਚ ਚੱਲ ਜੇ, ਤੇਰੇ ਅੱਗੇ ਤੇ ਦੁਨੀਆ ਫਿਰਦੀ ਹੈ। ਅਗਲਾ ਇਸੇ ਫੂਕ ਜੀ ਉੱਡਦਾ ਫਿਰਦਾ ਹੈ। ਯਾਰ ਮੇਰੇ ਰਿਸ਼ਤੇਦਾਰਾਂ ਨੂੰ ਪੁੱਛ ਕੇ ਵੇਖੋ ਮੈਂ ਕੀ ਚੀਜ਼ ਆ। ਭਾਈ ਚੀਜ਼ ਚੂਜ ਦੇ ਇੱਥੇ ਬਹੁਤ ਵੱਡੇ ਵੱਡੇ ਆਏ ਤੇ ਵੱਡੇ ਵੱਡੇ ਤੁਰ ਗਏ। ਇਹਨਾਂ ਤੋਂ ਬਚੀ
ਇਹਨਾਂ ਨੇ ਗੁਬਾਰੇ ਫਲਾ ਉੱਤੇ ਬਿਠਾ ਕੇ ਮੁੜ ਕੇ ਭੰਨ ਦੇਣਾ, ਅੱਗੇ ਲੰਘ ਜਾਣਗੇ, ਤੂੰ ਪਿੱਛੇ ਰਹੇਗਾ। ਹੁਣ ਇੱਥੇ ਉਹ ਸਪਸ਼ਟ ਕਹਿੰਦੇ ਆ, ਕਹਿੰਦੇ ਕੋਈ ਫਾਇਦਾ ਨਹੀਂ ਸੁਲਤਾਨਪੁਰ ਲੋਧੀ ਆਉਣ ਦਾ, ਉਹ ਇਹਦੇ ਨਾਲੋਂ ਚੰਗਾ ਤੇ ਸੀ ਪਿੰਡ, ਜੋ ਕਰਦਾ ਸੀ ਅੱਖਾਂ ਦੇ ਸਾਹਮਣੇ ਸੀ। ਇੱਥੇ ਤੇ ਏਡਾ ਵੱਡਾ ਮੋਦੀਖਾਨਾ ਛੇੜ ਕੇ ਇੱਕ ਪੰਜੀ ਉਹਦੇ ਕੋਲ ਨਹੀਂ, ਇੱਕ ਕੌਡੀ ਨਹੀਂ ਉਹਦੇ ਕੋਲੇ, ਦੱਸੋ ਕੀ ਫਾਇਦਾ। ਪੁੱਤਰੀ ਧੀ ਕੋਲ ਬੈਠੀ ਸੁਣਦੀ ਰਹੀ। ਭੈਣ ਨਾਨਕੀ ਸਤਿਗੁਰਾਂ ਦੀ ਸੋਚੇ ਵੀ ਜਿਹੜੇ ਕਲੇਸ਼ ਤੋਂ ਡਰਦਾ ਵੀਰ ਮੇਰਾ ਇੱਥੇ ਆਇਆ ਸੀ, ਉਹੀ ਇੱਥੇ ਪੈ ਗਿਆ। ਸਤਿਨਾਮ ਬਾਪੂ ਜੀ ਨੂੰ ਕੌਣ ਸਮਝਾਵੇ, ਕਰ ਰਖਵਾਰੇ ਨਿਤ ਸੁਧ ਕਾਰੇ, ਬਹੁ ਧਨ ਆਵੇ ਕਹਿ ਬਿਦ ਜਾਵੇ। ਉਹ ਲਾਂਭਾ ਦਿੱਤਾ, ਕਹਿੰਦੇ ਜੇ ਤੂੰ ਸੰਭਾਲਿਆ ਹੁੰਦਾ ਨਾ, ਉਹਨੂੰ ਵੇਖਿਆ ਹੁੰਦਾ, ਅੱਜ ਪੈਸਿਆਂ ਦੇ ਢੇਰ ਲਾਏ ਹੁੰਦੇ। ਜੇ ਤੂੰ ਵੇਖਦਾ, ਤੈਨੂੰ ਕੀ ਲੋੜ ਹੈ, ਤੂੰ ਤੇ ਵਿਹਲਾ ਛੱਡਿਆ, ਕਮਾਈ ਜਾ ਉਜਾੜੀ ਜਾ। ਕਹਿੰਦੇ ਤੇਰੇ ਸਿਰ ਤੇ ਵਿਗੜਿਆ ਉਹ। ਜੇ ਕਿਤੇ ਧਿਆਨ ਰੱਖਿਆ ਹੁੰਦਾ ਨਾ ਬਰੀਕੀ ਨਾਲ, ਵੀ ਹਾਂ ਬਈ ਕਿੰਨੇ ਕਮਾਏ ਨੇ, ਕਿੰਨੇ ਲਾਏ, ਲਿਆ ਕੇ ਜਮਾ ਕਰਾ ਇੱਥੇ, ਕਹਿੰਦੇ ਅੱਜ ਉਹ ਆਹ ਕੰਮ ਨਾ ਕਰਦਾ। ਭਾਈ ਬਾਲਾ ਜੀ ਕਹਿੰਦੇ ਮੈਂ ਤੇ ਸਤਿਗੁਰਾਂ ਨੂੰ ਉਹਦੀ ਕਹਿਤਾ ਸੀ, ਸੱਚੇ ਪਾਤਸ਼ਾਹ ਅੱਜ ਦੇ ਹਾਲਾਤ ਘਰ ਜਾ ਕੇ ਬੜੇ ਭਾਵੁਕ ਤੇ ਨਾਜ਼ੁਕ ਹੋਣਗੇ। ਗੁਰੂ ਸਾਹਿਬ ਹੱਸੇ ਸੀ, ਕਹਿੰਦੇ ਜੋ ਕਰਤਾਰ ਨੂੰ ਮਨਜ਼ੂਰ ਚੰਗਈ ਆਖੋ ਸਤਿਨਾਮ। ਭਾਈ ਬਾਲਾ ਜੀ ਪਛਾਣ ਗਏ ਸੀ ਵੀ ਜਿਹਨੇ ਇੱਥੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਮੋਦੀਖਾਨੇ 'ਚ, ਵੀ ਐਡੀ ਭੀੜ ਸਾਹਮਣੇ ਮੈਂ ਇਹਨਾਂ ਨੂੰ ਕੀ ਬੋਲਦਾ, ਘਰ ਤੇ ਫੇਰ ਆਪਣੇ ਆ। ਪਰ ਉਹ ਹੁਣ ਜੈਰਾਮ ਜੀ ਨੂੰ ਕਹਿ ਕੇ ਟੁੱਟ ਗਏ। ਮੈਂ ਕਹਿੰਦਾ ਅੱਜ ਦੇ ਜਵਾਈ ਨੂੰ ਕਹਿ ਕੇ ਵੇਖਿਓ, ਅੱਗੇ ਵੇਖਿਓ ਪੂਛ ਤੇ ਪੈਰ। ਮੈਂ ਤੇ ਪਹਿਲੇ ਹੀ ਕਿਹਾ ਵੀ ਸੱਪਾਂ ਦੀ ਵਰਤੀ ਧੰਨ ਸੀ ਜੈਰਾਮ, ਕਿੱਡੀ ਭਗਤੀ ਹੋਣੀ। ਅੱਜ ਦੇ ਸਮੇਂ ਨਾ ਕਿਤੇ ਆ ਇੰਨਾ ਬੁਰਾ ਹਾਲ ਹੈ ਪੰਜਾਬ ਦਾ, ਮੈਂ ਕਹਿੰਦਾ ਲੋਕਾਂ ਦੀ ਸਮਝ ਹੀ ਨਹੀਂ ਆਉਂਦੀ। ਸਹੁਰੇ ਜਾਣਗੇ ਏਦਾਂ ਰੋਕ ਮਾਰਨਗੇ, ਖੁਰਾਕ ਲਿਆਓ, ਮੁਰਗਾ ਲਿਆਓ, ਵੀ ਪਾਰਟੀ ਤੇ ਆਇਆ ਹੋਇਆ, ਘਰੇ ਆਇਆ ਹੋਇਆ। ਤੇ ਇਹੋ ਜਿਹੇ ਬੰਦੇ ਦਾ ਕਰਾਉਣਾ ਕੀ ਆ, ਉਹ ਜਿਹੜਾ ਸਾਰੇ ਟੱਬਰ ਤੇ ਭਾਰੂ ਬਣ ਕੇ ਆਪਣੇ ਆਪ ਨੂੰ ਬੌਂਸਰ ਸਮਝੇ, ਕਲੰਕ ਆ ਉਹ ਜਿਹੜਾ ਬਗਾਨੀਆਂ ਰੋਟੀਆਂ ਤੇ ਪਲਦਾ ਫਿਰਦਾ। ਸਤਿਨਾਮ ਧੀਆਂ ਵਾਲਿਆਂ ਨਾਲ ਏਦਾਂ ਨਹੀਂ ਕਰੀਦਾ। ਜਿਨ੍ਹਾਂ ਨੇ ਤੈਨੂੰ ਆਪਣੀ ਧੀ ਦੇਤੀ, ਉਹਨਾਂ ਨੇ ਰੱਖਿਆ ਕੀ ਹੈ, ਛੁਪਾਇਆ ਕੀ ਹੈ। ਤੂੰ ਤੇ ਪੂਜਾ ਕਰ ਉਹਨਾਂ ਦੀ, ਸਨਮਾਨ ਕਰ ਉਹਨਾਂ ਦਾ, ਪਰ ਕਿੱਥੇ। ਧੰਨ ਸੀ ਜੈਰਾਮ। ਮਹਿਤਾ ਕਾਲੂ ਜੀ ਨੇ ਕਹਿੰਦੇ ਰੇਲ ਬਣਾ ਕੇ ਰੱਖਤੀ ਬੋਲ ਬੋਲ ਕੇ, ਉਹ ਹਟਦੇ ਨਹੀਂ ਹੈਗੇ। ਕਹਿੰਦੇ ਤੂੰ ਵਿਗਾੜੇ, ਜੇ ਤੂੰ ਚਾਹੁੰਦਾ ਨਾ, ਤੂੰ ਸ਼ਬਦ ਵਰਤਦੇ ਆ ਉਹ, ਜੇ ਤੂੰ ਚਾਹੁੰਦਾ ਕਮਾ ਸਕਦਾ ਸੀ, ਕਮਾਉਂਦਾ ਹੈ, ਸੰਭਾਲਦਾ ਨਹੀਂ। ਆਹੋ ਤੈਨੂੰ ਕੀ ਲੋੜ ਹੈ। ਨਾਨਕ ਅੱਗ ਲਾਵੇ ਉਜਾੜੇ, ਸੁੱਟੇ ਪਾਣੀ ਚ ਡੋਬੇ, ਤੈਨੂੰ ਕੀ ਫਰਕ ਪੈਣਾ ਏ। ਜੰਗ ਛੰਦ ਕਹੈ ਨਾਨਕੀ ਬੈਨ ਤਾਤੰ ਸਣੀਜੈ, ਲਗਿਓ ਕਾਰ ਭਰਾਤਾ ਭਲੇ ਹੀ ਜਨੀਜੈ। ਜਦੋਂ ਜੈਰਾਮ ਜੀ ਨੂੰ ਇੰਨਾ ਕੁਝ ਬੋਲੀ ਗਈ ਨਾ ਮਹਿਤਾ ਜੀ, ਤੇ ਸਤਿਗੁਰਾਂ ਦੀ ਭੈਣ ਜੀ ਨੂੰ ਗੁੱਸਾ ਆ ਗਿਆ। ਧੀ ਨੂੰ ਆਖਣ ਲੱਗੇ ਪਿਤਾ ਜੀ ਬਸ ਰਹਿਣ ਦਿਓ। ਇਹ ਦੱਸੋ ਪਹਿਲਾਂ ਪਿੰਡ ਤੇ ਤੁਸੀਂ ਲੜਦੇ ਸੀ, ਤੁਹਾਡਾ ਰੋਜ਼ ਦਾ ਹੀ ਕਲੇਸ਼ ਸੀ। ਵੇਖੋ ਉਹਨਾਂ ਦੇ ਪਤੀ ਨਹੀਂ ਬੋਲੇ, ਕਿੰਨੀ ਸੋਹਣੀ ਗੱਲ ਹੈ, ਕਿੰਨੀ ਖੂਬਸੂਰਤੀ ਹੈ। ਕਿਉਂਕਿ ਧੀ ਤੇ ਪਿਤਾ ਵਿੱਚ ਹੋਈ ਗੱਲ ਦਾ ਪੈਚਅਪ ਹੋ ਸਕਦਾ ਹੈ। ਜਵਾਈ ਦੇ ਬੋਲੇ ਬੋਲ ਨਾ ਸਹੁਰੇ ਨੂੰ ਫਿੱਟ ਆਵੇਗਾ, ਤੇ ਸਹੁਰੇ ਦੇ ਬੋਲੇ ਬੋਲ ਜਵਾਈ ਨੂੰ ਫਿੱਟ ਨਹੀਂ ਆਉਣੇ। ਕਿੱਡੀ ਸੌਖਣਤਾ ਰਿਸ਼ਤਿਆਂ ਦੀ। ਸਤਿਗੁਰਾਂ ਦੇ ਭੈਣ ਜੀ ਬੋਲੇ, ਪਿਤਾ ਜੀ ਇਹ ਦੱਸੋ ਮੇਰਾ ਵੀਰ ਕਮਾਉਂਦਾ ਨਹੀਂ, ਕੰਮ ਨਹੀਂ ਕਰਦਾ, ਵਿਹਲਾ ਬੈਠਾ ਹੈ। ਅੱਗੇ ਤੁਸੀਂ ਕਹਿੰਦੇ ਸੀ ਸਾਦਾ ਨਾ ਤੁਰਿਆ ਫਿਰਦਾ ਹੈ, ਘਰ ਚੋਂ ਸਮਾਨ ਲਿਆ ਕੇ ਸੁੱਟਦਾ ਹੈ, ਦਾਨ ਪੁੰਨ ਕਰਦਾ ਹੈ। ਤੁਹਾਨੂੰ ਮੋਦੀਖਾਨੇ 'ਚ ਬੈਠਾ ਜਰਿਆ ਨਹੀਂ ਜਾਂਦਾ, ਰੋਸੇ 'ਚ ਗਿਆ ਉਹਨਾਂ ਨੇ। ਇਹ ਨਹੀਂ ਵੀ ਇਹੋ ਜਿਹੇ ਬੋਲ ਬੋਲ ਤੇ ਪਿਤਾ ਨੂੰ ਬੇਸ਼ਰਮ ਕਰਤਾ। ਅੱਜ ਦੀ ਧੀ ਪਿਤਾ ਸਾਹਮਣੇ ਕਿਵੇਂ ਬੋਲਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਠੀਕ ਹੈ, ਉਹਦੇ ਵਿੱਚ ਸਾਨੂੰ ਚੰਗਾ ਮਾੜਾ ਨਹੀਂ ਕੁਛ ਲੱਗਦਾ, ਸਭ ਨੂੰ ਪਤਾ ਹੈ ਸਮਾਜ ਕਿੱਥੇ ਖੜਿਆ। ਆਪਾਂ ਕਹਿੰਦੇ ਦੂਜੇ ਦੇ ਘਰ ਅੱਗ ਲੱਗੀ, ਸਾਨੂੰ ਕੀ ਜਿੱਦਣ ਸੇਕ ਵੇਖਾਂਗੇ। ਪਰ ਹੈ ਘਰ ਘਰ ਦੀ ਕਹਾਣੀ ਹੀ ਹੈ। ਬਸ ਜਿੱਥੇ ਗੁਰੂ ਦੀ ਰਹਿਮਤ ਹੈ, ਸਤਿਗੁਰ ਦੀ ਬਾਣੀ, ਉੱਥੇ ਹੀ ਕਿਰਪਾ ਹੈ, ਉੱਥੇ ਬੱਚੇ ਚੰਗੇ ਸੁਭਾਅ ਵਾਲੇ ਆ, ਰੱਬ ਰੱਬ ਕਰਦੇ। ਸਤਿਗੁਰਾਂ ਦੇ ਭੈਣ ਜੀ ਆਖਣ ਲੱਗੇ ਪਿਤਾ ਜੀ ਬਸ ਕਰੋ, ਰਹਿਮ ਕਰੋ, ਇੰਨਾ ਨਹੀਂ ਭੰਡੀ ਦਾ ਪੋਤਾ ਫੜੀ। ਜਦ ਵੇਖਦੇ ਹੋ ਪਤਾ ਨਹੀਂ ਨਾਨਕ ਜੀ ਨੇ ਤੁਹਾਡਾ ਕੀ ਵਿਗਾੜਿਆ ਹੋਇਆ। ਜਦ ਵੇਖੋ ਉਹਨਾਂ ਦੀ ਬਦਨਾਮੀ ਤੇ ਲੱਗੇ ਰਹਿ, ਮਾੜੇ ਚੰਗੇ ਬੋਲ ਬੋਲਦੇ ਹੋ। ਹੋਵੇ ਹੈ ਕਿਤੇ ਥਾਈ ਵੈਸੀ ਲਗ ਸਗਾਈ,
ਕੀਜੈ ਸੋ ਪਾਈ। ਵੀਰ ਮੇਰਾ ਉਦਾਸੀ ਹੈ, ਰੱਬ ਨਾਲ ਜੁੜਿਆ ਹੋਇਆ ਹੈ, ਉਹ ਤੁਹਾਡੇ ਤੋਂ ਸੁਣ ਕੇ ਉਹ ਮਾੜਾ ਮੋਟਾ ਕੰਮ ਕਰ ਲੱਗਿਆ, ਉਹਦਾ ਕੋਈ ਲੈਣ ਦੇਣ ਨਹੀਂ। ਆਖੋ ਸਤਿਨਾਮ। ਉਹਨੇ ਕੀ ਲੈਣਾ ਕੰਮ? ਪਿਤਾ ਜੀ ਸਾਰਾ ਦਿਨ ਮਾਇਆ ਦੀਆਂ ਗੱਲਾਂ ਨਾ ਕਰਿਆ, ਸਾਰਾ ਦਿਨ ਪੈਸਾ ਨਾ ਕਰਿਆ ਕਰੋ। ਇੱਕ ਗੱਲ ਯਾਦ ਰੱਖਿਓ, ਜਿਨ੍ਹਾਂ ਤੋਂ ਤੁਸੀਂ ਆਸ ਰੱਖਦੇ ਹੋ ਨਾ ਪੈਸੇ ਕਮਾ ਕੇ ਦੇ, ਕਦੇ ਟੁੱਟੀ ਕੌਡੀ ਨਹੀਂ ਦੇਣਗੇ। ਆਖੋ ਸਤਿਨਾਮ। ਕਮਾਈ ਕਰਦੇ ਆ, ਉਜਾੜੀ ਜਾਂਦੇ ਹੋ, ਤੁਹਾਨੂੰ ਕੀ ਫਰਕ ਹੈ? ਫਰਕ ਤੁਹਾਨੂੰ ਉਦਣ ਪਏਗਾ ਜਿੱਦਣ ਤੁਹਾਡੇ ਘਰ ਤੋਂ ਲਿਆ ਕੇ ਉਜਾੜਨਗੇ ਨਾ, ਉਦਣ ਬੋਲਦੇ ਤੜਫਦੇ ਰੋਂਦੇ ਤੁਸੀਂ ਚੰਗੇ ਲੱਗੋਗੇ। यहाँ आन तेरो कछु नाही खोई, सवारे बिगारे निजंकार सोई। ਤਲਖੀ ਸੀ, ਤਲਖੀ ਸ਼ਬਦ ਹੋਰ ਹੁੰਦਾ ਹੈ, ਬੇਇੱਜ਼ਤ ਕਰਨਾ ਹੋਰ ਹੁੰਦਾ। ਤਲਖੀ ਕੀ ਹੈ? ਹਲਕਾ ਜਿਹਾ ਪਿਆਜ਼ ਝੜ ਹੋ ਜਾਵੇ। ਬਾਪੂ ਜੀ ਵੀਰ ਮੇਰਾ ਤੁਹਾਡਾ ਕੀ ਚੁੱਕਦਾ ਹੈ? ਤੁਹਾਡੇ ਤੋਂ ਕੀ ਲੈ ਕੇ ਆਇਆ ਸੀ? ਉਹ ਆਪਣਾ ਕਮਾਉਂਦਾ ਹੈ, ਉਹ ਉਜਾੜੇ ਭਾਵੇਂ ਰੱਖੇ, ਤੁਹਾਨੂੰ ਫਰਕ ਨਹੀਂ ਪੈਣਾ ਚਾਹੀਦਾ। ਆਖੋ ਸਤਿਨਾਮ। ਜੇ ਤੇ ਤੁਹਾਡੀ ਕਮਾਈ ਉਜਾੜਦਾ ਹੈ ਮੇਰਾ ਵੀਰ ਨਾਨਕ, ਤੁਸੀਂ ਫੇਰ ਬੋਲੋ। ਜੇ ਤੇ ਤੁਹਾਡੇ ਘਰ ਤੋਂ ਚੁੱਕ ਕੇ ਕੁਝ ਲੈ ਕੇ ਆਉਂਦਾ ਵੀ ਸੁਲਤਾਨਪੁਰ ਲੋਧੀ ਮੰਗਤਿਆਂ ਨੂੰ ਵੰਡੀ ਜਾਂਦਾ, ਤਾਂ ਦੱਸਿਓ। ਉਹ ਜਿਹਨੇ ਕਮਾਇਆ ਹੈ ਉਹ ਸੁੱਟੇ, ਦਾਨ ਕਰੇ, ਇਕੱਠਾ ਕਰੇ, ਉਹਦੀ ਮਰਜ਼ੀ ਹੈ, ਉਹਦੀ ਜ਼ਿੰਦਗੀ ਹੈ, ਉਹਦੀ ਸਿਰਦਰਦੀ ਹੈ। ਜਦੋਂ ਅਸੀਂ ਉਹਨੂੰ ਪੁੱਛਦੇ ਨਹੀਂ ਤੇ ਫਿਰ ਤੁਹਾਨੂੰ ਕੀ ਮਤਲਬ ਹੈ? ਸੁਲਤਾਨਪੁਰ ਲੋਧੀ ਚ ਕਮਾ ਰਹੇ, ਉੱਥੇ ਹੀ ਉਜਾੜ ਰਹੇ ਤੁਹਾਡੀ ਬਿਰਤੀ ਅਨੁਸਾਰ। ਵੈਸੇ ਤਾਂ ਦਾਨ ਕਰਦੇ ਆ, ਦੁਨੀਆ ਦਾ ਭਲਾ ਕਰਦੇ ਆ, ਪਰ ਬਾਪੂ ਨੂੰ ਭਲਾ ਨਹੀਂ ਲੱਗਦਾ, ਉਹ ਕਿਹਦਾ ਉਜਾੜਾ ਕਰਦੇ ਆ, ਬਰਬਾਦ ਕਰਦਾ ਪੁੱਤ ਮੇਰਾ ਸਾਰਾ ਕੁਝ। ਪਰ ਸਤਿਗੁਰਾਂ ਦੇ ਭੈਣ ਜੀ ਨੇ ਵੇਖੋ ਆਪਣੇ ਵੀਰ ਦਾ ਪੱਖ ਲਿਆ। ਕਿਉਂ ਲਿਆ? ਦੁਨਿਆਵੀ ਵੀਰ ਨਹੀਂ ਹੈ, ਉਹ ਪਰਮਾਤਮਾ ਜਾਣਦੇ ਆ, ਪਰਮੇਸ਼ਰ ਜਾਣਦੇ ਆ। ਪਿਤਾ ਜੀ ਦਾ ਰੋਲ ਇਦਾਂ ਦਾ ਕਿਉਂ ਵਿਖਾਇਆ? ਇਸ ਲਈ ਇਹ ਭਰਮ ਦਾ ਜਾਲ ਗੁਰੂ ਨਾਨਕ ਸਾਹਿਬ ਜੀ ਨੇ ਆਪ ਪਾਇਆ ਹੋਇਆ, ਖੇਡ ਵਰਤਾਈ ਹੋਈ। ਤੇ ਪਿਤਾ ਆਪਣੇ ਪੁੱਤ ਨੂੰ ਪੋਜ਼ਿਟਿਵ ਨਹੀਂ ਲੈਂਦੇ, ਨੈਗੇਟਿਵ ਸਮਝਦੇ ਆ। ਵਿਲੜ ਹੈ, ਕੰਮਕਾਰ ਨਹੀਂ ਕਰ ਸਕਦਾ, ਇਹਦਾ ਹੋਣਾ ਕੁਝ ਨਹੀਂ। ਪਰ ਇੱਥੇ ਸਤਿਗੁਰਾਂ ਦੇ ਭੈਣ ਜੀ ਨੇ ਸਪਸ਼ਟ ਕਰ ਦਿੱਤਾ ਕਿ ਜੋ ਮਰਜ਼ੀ ਉਡਾਏ, ਜੋ ਮਰਜ਼ੀ ਫੂਕੇ, ਜੋ ਮਰਜ਼ੀ ਵੰਡੇ, ਉਹਦੀ ਆਪਣੀ ਕਮਾਈ ਹੈ। ਭਨੇ ਬੈਨ ਜੈ ਰਾਮ ਤਾਂ ਸੋ ਸੁਣਾਈ, ਭਇਓ ਹੈ ਅਬੈ ਸੋਧ ਜਾ ਕੀ ਸਗਾਈ। ਜਿਸ ਵੇਲੇ ਕਹਿੰਦੇ ਗੱਲਾਂ ਹੋਈਆਂ ਪਿਤਾ ਤੇ ਧੀ ਵਿੱਚ, ਜੈ ਰਾਮ ਜੀ ਬੋਲੇ ਵੀ ਕਿਤੇ ਅੱਗੇ ਨਾ ਗੱਲ ਵੱਧ ਜੇ। ਹਜੇ ਤੇ ਸੁਭਾਵਿਕ ਗੱਲ ਹੈ ਨਾ, ਹੋ ਸਕਦਾ ਬਾਪੂ ਬੋਲੇ ਵੀ ਤੁਸੀਂ ਵਿਗਾੜੇ ਆ, ਪਤਾ ਲੱਗਦਾ ਹੈ। ਰਿਸ਼ਤੇਦਾਰਾਂ ਦਾ ਕੀ ਪਤਾ ਝੋਲਾ ਚੱਕ ਕੇ ਕਦੋਂ ਭਾਗਣ। ਜੈ ਰਾਮ ਜੀ ਨੇ ਗੱਲ ਟਾਲੀ, ਕਹਿੰਦੇ ਬਾਪੂ ਜੀ ਕਰ ਲੈਣ ਦਿਓ, ਮੌਜਾਂ ਉਡਾ ਲੈਣ ਦਿਓ, ਆਪਾਂ ਛੇਤੀ ਸਗਾਈ ਕਰਦੇ ਨਹੀਂ ਹੈ। ਮਤਲਬ ਸ਼ਗਨ ਕਰ ਦੇਣਾ ਉਹਨਾਂ ਦਾ ਕਿਤੇ ਨਾ ਕਿਤੇ। ਵਿਆਹ ਤੋਂ ਪਹਿਲਾਂ ਮੰਗਣੀ ਕਹਿੰਦੇ ਵੀ ਠਾਕਾ ਠੁਕਾ ਕਹਿ ਦਿੰਦੇ ਆ ਵੀ ਆਪਾਂ ਕਿਤੇ ਨਾ ਕਿਤੇ ਰਿਸ਼ਤਾ ਜੋੜਦੇ ਆ ਕਿ ਜਿੱਦਣ ਜੁੜ ਗਿਆ ਉਹਨਾਂ ਨੂੰ ਸਮਝਾ ਰਹੇ। ਪਤਾ ਇਹਨਾਂ ਨੂੰ ਵੀ ਹੈ ਜੈ ਰਾਮ ਜੀ ਨੂੰ ਵੀ ਉਹ ਪੈਸੇ ਇਕੱਠੇ ਕਰਨੇ ਆਏ, ਕਮਾਈ ਕਰਨੀ ਆਏ। ਪਿਤਾ ਨੂੰ ਤਸੱਲੀ ਦੇ ਰਹੇ ਨੇ, ਬਾਪੂ ਜੀ ਚਿੰਤਾ ਨਾ ਕਰੋ। ਜਿੱਦਣ ਨਾਨਕ ਜੀ ਦੀ ਸਗਾਈ ਹੋ ਗਈ ਫਿਰ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਪੈਸੇ ਇਕੱਠੇ ਕਰੋ, ਕਹਿੰਦੇ ਆਪਣੀ ਕਮਾਈ ਆਪ ਹੀ ਸੰਭਾਲੀ ਜਾਣਗੇ। ਜਦੋਂ ਤੱਕ ਅੱਗੇ ਬਜ਼ੁਰਗ ਕਹਿ ਦਿੰਦੇ ਸੀ, ਕਹਿੰਦੇ ਕੋਈ ਨਹੀਂ ਪੁੱਤ ਕਰ ਲਾ, ਜਿੱਦਣ ਨਕੀਲ ਪੈ ਗਈ ਅਕਲ ਆ ਜੂਗੀ। ਅੱਜ ਤੱਕ ਕਹਿੰਦੇ ਹੁੰਦੇ ਆ ਬਜ਼ੁਰਗ, ਇਹ ਪੁਰਾਣੀਆਂ ਪਿਆਰ ਦੀਆਂ ਬੋਲੀਆਂ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਥਾਏ ਜ਼ਿਕਰ ਚੱਲਿਆ, ਜੈ ਰਾਮ ਜੀ ਕਹਿੰਦੇ ਸਗਾਈ ਕਰੋ, ਨਵੇੜੋ ਪਰਾਂ ਕੰਮ, ਜਿੱਦਣ ਰਿਸ਼ਤਾ ਹੋ ਜਾਊਗਾ, ਵਿਆਹ ਹੋ ਜਾਊਗਾ, ਫਿਰ ਤੁਸੀਂ ਨਾ ਕਰੋਗੇ। ਉਹਨਾਂ ਦੀ ਜ਼ਿੰਮੇਵਾਰੀ ਹੋਊਗੀ, ਆਪਣਾ ਕਮਾਉਣਗੇ, ਆਪਣਾ ਖਾਣਗੇ। ਤੋਹਰ ਹਰਖਿਓ ਕਾਲੂ ਕਹਿਤ ਪੁੰਨ, ਹੋਏ ਭਲੀ ਜਹ ਠੋਰ। ਜਦੋਂ ਸਤਿਗੁਰਾਂ ਦੇ ਪਿਤਾ ਜੀ ਨੇ ਇਹ ਬਚਨ ਸੁਣਿਆ ਨਾ, ਸੱਚੀ ਮਨ ਭਾਉਂਦਾ ਸੀ। ਜਿਹੜੀ ਗੱਲ ਦਿਲ ਦੀ ਸੀ ਉਹ ਜੈ ਰਾਮ ਜੀ ਨੇ ਕਹਿਤੀ। ਕਹਿੰਦੇ ਪੁੱਤ ਕਿੰਨੀ ਖੁਸ਼ੀ ਹੋਊਗੀ ਜਿੱਦਣ ਮੇਰਾ ਪੁੱਤ ਵਿਆਹਿਆ ਕਰੂ। ਪੁੱਛਿਓ ਕਦੇ ਮਾਂ ਬਾਪ ਨੂੰ, ਜਿੱਦਣ ਪੁੱਤ ਬਰਾਤੇ ਚੜ੍ਹਦਾ ਨਾ ਕਿੰਨੀ ਖੁਸ਼ੀ ਹੁੰਦੀ ਹੈ। ਚਾਹੀ ਵੱਖਰਾ ਹੁੰਦਾ ਹੈ, ਜ਼ਿੰਦਗੀ ਦਾ ਉਹੀ ਤੇ ਇੱਕ ਦਿਨ ਹੁੰਦਾ ਹੈ ਵੀ ਪਾਲ ਪੋਸ ਕੇ ਅੱਜ ਧੀ ਪੁੱਤ ਸਾਡੇ ਕਹਿਣੇ 'ਚ ਚੱਲੇ ਆ, ਪਿਆਰ 'ਚ ਚੱਲੇ ਆ, ਤੇ ਫਿਰ ਕਿੰਨੀ ਖੁਸ਼ੀ ਉਹਨਾਂ ਨੂੰ ਹੁੰਦੀ ਹੈ। ਤੇ ਬਾਪੂ ਖੁਸ਼ ਹੋ ਕੇ ਕਹਿੰਦੇ ਹਾਂ, ਫਿਰ ਕਹਿੰਦੇ ਮੈਂ ਤੇ ਆਪ ਚਾਹੁੰਦਾ ਵੀ ਉਹਨੂੰ ਸਮਝਾ ਕੇ ਬੜਾ ਵੇਖ ਲਿਆ, ਵੱਡਾ ਦਾਨੀ ਬਣਿਆ ਫਿਰਦਾ ਹੈ,
ਕਦੇ ਸਾਰਿਆਂ ਨੂੰ ਲੁਟਾਈ ਜਾਊ, ਹੁਣ ਮੰਗਤਿਆਂ ਨੂੰ ਲੁਟਾਈ ਜਾਂਦਾ। ਮੈਨੂੰ ਤੇ ਪਤਾ ਹੈ ਵੀ ਮੋਦੀ ਖਾਨਾ ਇੱਕ ਦਿਨ ਛੱਡ ਕੇ ਭੱਜੂਗਾ। ਖੁਦਾ ਦਾ ਨਾਮ। ਉਹ ਤੋਂ ਪਹਿਲਾਂ ਜੇ ਤੁਸੀਂ ਆਹ ਕੰਮ ਕਰ ਦੋਗੇ ਰਿਸ਼ਤੇ ਵਾਲਾ, ਅੱਗੇ ਨਾ ਵਿਆਹ ਛੋਟੀਆਂ ਉਮਰਾਂ 'ਚ ਹੋ ਜਾਂਦੇ ਹੁੰਦੇ ਸੀ। ਜਿਹੜਾ ਪੁਰਾਣਾ ਸਮਾਂ ਨਾ 12 ਸਾਲ ਤੋਂ ਸ਼ੁਰੂ ਹੋ ਜਾਂਦਾ ਸੀ। ਹੁਣ ਤੇ ਵਿਆਹ ਦੀ ਉਮਰ ਕੋਈ ਨਹੀਂ। ਕਈ ਵਾਰ ਆਪਾਂ ਵੇਖਦੇ ਹਾਸਾ ਹੁੰਦਾ ਹੈ, ਬੰਦਾ ਹੁੰਦਾ 55 ਸਾਲ ਦਾ ਤੇ ਕੁੜੀ ਹੁੰਦੀ 20 ਸਾਲ ਦੀ। ਰਿਸ਼ਤਾ ਕਦੋਂ ਹੋਇਆ? ਕੈਨੇਡਾ ਹੀ ਕਰਾ ਗਿਆ। ਖੁਦਾ ਦਾ ਨਾਮ। ਇੱਥੇ ਕੁਛ ਅਰਮੀਆਂ ਦੁਨੀਆ 'ਚ ਹੁਣ ਰਿਸ਼ਤਿਆਂ ਦੀ ਕੋਈ ਮਰਿਆਦਾ ਨਹੀਂ ਹੈ, ਕੋਈ ਸਤਿਕਾਰ ਨਹੀਂ ਹੈ। ਹਰ ਵੇਲੇ ਮਾਇਆ ਦਾ ਲਾਲਚ, ਉੱਡ ਗਈਆਂ ਰਿਸ਼ਤੇਦਾਰੀਆਂ। ਕਿਤੇ ਗੁਰੂ ਸਾਨੂੰ ਮੱਤ ਬਖਸ਼ੇ, ਸਤਿਗੁਰ ਸਾਨੂੰ ਸਮਝ ਬਖਸ਼ ਦੇਣ, ਸਾਨੂੰ ਇੰਨਾ ਕੁ ਪਤਾ ਲੱਗ ਜੇ ਸਾਡੇ ਪੰਜਾਬ ਦਾ ਕਲਚਰ ਕੀ ਹੈ, ਸਾਡਾ ਧਰਮ ਵਿਰਸਾ ਕੀ ਹੈ। ਵਿਰਸੇ ਤੋਂ ਭੁੱਲ ਗਏ ਆ, ਟੁੱਟ ਗਏ ਆ। ਪੈਸੇ ਪਿੱਛੇ ਇੱਜ਼ਤਾਂ ਲੋਕੀ ਨਿਲਾਮ ਕਰਦੇ ਫਿਰਦੇ। ਕਦੇ ਜਾ ਕੇ ਪ੍ਰਦੇਸ਼ਾਂ 'ਚ ਵੇਖੋ, ਤੁਸੀਂ ਤੇ ਵੇਖਿਆ ਹੋਣਾ ਜਿੰਨਾ ਬੁਰਾ ਹਾਲ ਸਾਡੇ ਪੰਜਾਬੀ ਕਮਿਊਨਿਟੀ ਦਾ ਹੋਇਆ ਨਾ ਬਾਹਰ ਜਾ ਕੇ। ਰੱਬ ਹੀ ਰੱਬ ਮਹਾਰਾਜ ਮੱਤ ਬਖਸ਼ੇ, ਕਿਤੇ ਸਾਨੂੰ ਵੀ ਆ ਜੇ ਥੋੜਾ ਜਿਹਾ ਪਿੰਡਾ ਮੱਤ ਦਾ। ਗੁਰੂ ਸਾਹਿਬ ਤੇ ਪਿਤਾ ਇੰਨੇ ਖੁਸ਼ ਹੋਏ, ਕਹਿੰਦੇ ਜਿੱਦਣ ਮੇਰਾ ਪੁੱਤ ਵਿਆਹਿਆ ਗਿਆ ਸਮਝ ਆ ਜੂਗੀ, ਮੈਂ ਖਰਚਾ ਕੋਈ ਨਹੀਂ ਦੇਣਾ, ਆਪ ਹੀ ਚਲਾਊਗਾ। ਜਿਹੜੇ ਸਿਆਣੇ ਮਾਂ-ਬਾਪ ਹੁੰਦੇ ਆ ਨਾ, ਉਹ ਕਦੇ ਵੀ ਸਭ ਕੁਝ ਆਪਣੇ ਦਿਉਂਦੇ ਜੀ ਆਪਣੇ ਧੀ ਪੁੱਤ ਨੂੰ ਨਹੀਂ ਦਿੰਦੇ। ਉਹਨਾਂ ਨੂੰ ਪਤਾ ਹੈ ਵੀ ਜੇ ਵਿਆਹਿਆ ਗਿਆ ਆਪਣਾ ਕਮਾ ਆਪਣਾ ਖਾ। ਜਾਣਦੇ ਉਹ ਵੀ ਹੁੰਦੇ ਨੇ ਵੀ ਕੋਠੀ ਵੀ ਇਹਦੀ ਹੈ, ਕਾਰ ਵੀ ਇਹਦੀ ਹੈ, ਜ਼ਮੀਨ ਵੀ ਇਹਦੀ ਹੈ। ਬਸ ਇਹਨੂੰ ਇੰਨਾ ਕੁ ਕਰਨਾ ਹੈ ਵੀ ਆਪਣੇ ਪੈਰਾਂ ਤੇ ਖੜਾ ਹੋਣ ਜੋਗਾ ਹੋ ਜੇ। ਜੇ ਨਹੀਂ ਖੜਾ ਹੋਊਗਾ ਨਾ ਆ ਕੋਠੀਆਂ ਕਾਰਾਂ ਬੰਗਲੇ ਵੇਚ ਕੇ ਖਾ ਲੂਗਾ। ਜੇ ਕਮਾਉਣਾ ਨਾ ਆਇਆ, ਜੇ ਪੈਸੇ ਕਮਾਉਣ ਦਾ ਹਿਸਾਬ ਨਾ ਆਇਆ। ਤੇ ਪਿਤਾ ਬੜੇ ਖੁਸ਼, ਕਹਿੰਦੇ ਫਿਰ ਪੁੱਤਰ ਏਦਾਂ ਕਰੋ, ਜੇ ਤੁਹਾਡੀ ਨਜ਼ਰ ਵਿੱਚ ਕੋਈ ਰਿਸ਼ਤਾ ਹੈ ਤਾਂ ਤੁਸੀਂ ਦੇਖ ਲਓ। ਦੇਖ ਜਰਾਮ ਕਰੀਜੀਏ ਖਤਰੀ ਹੈ ਵਤਨ ਗੌਰ। ਜਦੋਂ ਹੁਣ ਇਹ ਬਚਨ ਆਖਿਆ, ਵੇਖੋ ਪਿਤਾ ਜੀ ਉਹੀ ਜਿਹੜੇ ਗਰਮ ਸੁਭਾਅ ਵਿੱਚ ਅਸੀਂ ਡਾਇਵਰਟ ਹੋ ਗਏ ਨਾ, ਕੂਲ ਡਾਊਨ ਹੋ ਗਏ ਨਾ। ਇਹ ਤਰੀਕਾ ਹੈ ਕਿੱਦਾਂ ਹੈਂਡਲ ਕਰਨਾ। ਲੜੇ ਨਹੀਂ, ਉਹ ਬੋਲੇ ਨਹੀਂ, ਉੱਚਾ ਬੋਲ ਨਹੀਂ ਬੋਲਿਆ। ਉਹ ਕਿਤੇ ਨਾ ਕਿਤੇ ਸਮਝਦੇ ਸੀ ਵੀ ਬਾਪੂ ਦੀ ਪ੍ਰੋਬਲਮ ਇਹੀ ਹੈ। ਪਹਿਲਾਂ ਕੀ ਕਹਿ ਕੇ ਆਏ ਨੇ ਰਾਏ ਭੋਏ ਦੀ ਤਲਵੰਡੀ, ਜਿੱਦਣ 20 ਰੁਪਏ ਦਾ ਸਤਿਗੁਰਾਂ ਖਰਾ ਸੌਦਾ ਕੀਤਾ ਉਦੋਂ ਕੀ ਕਹਿੰਦੇ ਸੀ, ਮੇਰੇ ਘਰ ਕਿਉਂ ਜੰਮੇ ਐ, ਤੈਨੂੰ ਤੇ ਕਿਸੇ ਨੇ ਧੀ ਨਹੀਂ ਦੇਣੀ। ਇੱਥੋਂ ਦਾ ਹੁੰਦਾ ਸੀ ਕਿ ਉਹ ਜਾਣਦੇ ਸੀ, ਕਿਉਂਕਿ ਖੱਤ ਵਿੱਚ ਰਾਏ ਬੁਲਾਰ ਜੀ ਦੀਆਂ ਗੱਲਾਂ ਪਹਿਲਾਂ ਹੀ ਲਿਖੀਆਂ ਹੋਈਆਂ ਨੇ ਵੀ ਇਹਨਾਂ ਦੇ ਪਿਤਾ ਦੀਆਂ ਆਹ ਮੁਸ਼ਕਲਾਂ ਨੇ। ਤੇ ਗੁਰੂ ਸਾਹਿਬ ਦਾ ਸੁਭਾਅ ਐਸਾ ਹੈ, ਮਤਲਬ ਜੋੜ ਨਹੀਂ ਹੋ ਸਕਦਾ, ਪੈਚਅਪ ਨਹੀਂ ਹੋ ਸਕਦਾ। ਉਹ ਕਹਿੰਦੇ ਮਾਇਆ ਕਮਾ, ਇਹ ਕਹਿੰਦੇ ਦਾਨ ਕਰੋ, ਵੰਡੋ, ਲੋੜਵੰਦਾਂ ਦੀ ਸਹਾਇਤਾ ਕਰੋ। ਇਹ ਫਕੀਰਾਂ ਵਰਗਾ ਸੁਭਾਅ ਹੈ। ਕਹਿੰਦੇ ਪੁੱਤ ਫਿਰ ਏਦਾਂ ਕਰ, ਕੋਈ ਖੱਤਰੀਆਂ ਦਾ ਪਰਿਵਾਰ ਵੇਖ ਕੇ ਚੰਗਾ ਜਾ, ਤੂੰ ਹੀ ਰਿਸ਼ਤਾ ਤੈਅ ਕਰਦੇ ਆ। ਖੁਦਾ ਦਾ ਨਾਮ। ਵੇਖੋ ਪਹਿਲਾਂ ਕਿੰਨੀ ਖੂਬਸੂਰਤੀ ਸੀ ਰਿਸ਼ਤਿਆਂ ਦੀ, ਕੋਈ ਵੇਖਣ ਜਾਂਦਾ ਸੀ। ਹੁਣ ਤੇ ਆਪਣੇ ਵਰਗਾ 100 ਫੋਟੋਆਂ ਵੇਖ ਕੇ ਸ਼ਾਮ ਤੱਕ ਰਿਜੈਕਟ ਕਰਦਾ, ਵੀ ਠੀਕ ਨਹੀਂ, ਆ ਵੀ ਠੀਕ ਨਹੀਂ, ਉਧਰੋਂ ਵੀ ਕਰੀ ਜਾਂਦੇ। ਕਿੱਥੇ ਖੜੀ ਦੁਨੀਆ ਅੱਗੇ? ਬਸ ਜਿੱਥੇ ਕਿਸੇ ਰਿਸ਼ਤੇਦਾਰ ਨੇ ਖੜ ਕੇ ਕਰਤਾ ਉਹ ਭਲਾ ਹੈ, ਜੇ ਪੰਡਤ ਜਾ ਕੇ ਰੁਪਈਆ ਫੜਾਇਆ ਉਹ ਵੀ ਚੰਗਾ। ਹੁਣ ਮੈਂ ਕਹਿੰਦਾ ਮੈਟ੍ਰੀਮੋਨੀਅਲ ਤੋਂ ਪੁੱਛੋ ਜਾ ਕੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਕਿੰਨੀ ਵਾਰ ਹੋਣਾ ਵੇਖਦਾ, ਕੀ ਕੁਝ ਨਹੀਂ ਕਰਦਾ। ਬਸ ਆਹੀ ਕੁਛ, ਰਿਸ਼ਤੇ ਵਪਾਰ ਬਣ ਗਏ। ਉਦੋਂ ਪਿਆਰ ਬੜਾ ਸੀ। ਅੱਜ ਵੀ ਪੁਰਾਣੇ ਬਜ਼ੁਰਗ ਤੁਸੀਂ ਰੇਸ਼ੋ ਕੱਢ ਕੇ ਵੇਖੋ, ਹਾਈ ਕੋਰਟ ਜਾ ਕੇ ਪਤਾ ਕਰ ਲਓ ਵੀ ਜਿਹੜੇ ਆ 70 ਸਾਲ ਵਾਲੇ 80 ਸਾਲ ਵਾਲੇ ਇਹਨਾਂ ਦੇ ਕਦੇ ਤਲਾਕ ਹੁੰਦੇ ਵੇਖੇ। ਕਹਿੰਦੇ ਲੜਾਈ ਨਹੀਂ ਹੋ ਗਈ ਨਾ, ਪੰਚਾਇਤ ਬੈਠੀ ਫੇਰ ਉਹੀ ਪਰਿਵਾਰ ਹੈ। ਤੇ ਹੁਣ ਵਾਲੇ ਰੱਬ ਰੱਖੇ ਰੋਜ਼ ਹੀ ਡਾਂਗ ਤੇ ਡੇਰਾ ਹੁੰਦਾ। ਖੁਦਾ ਦਾ ਨਾਮ। ਕਿਉਂ? ਘਰ ਵਾਲੀ ਕਹਿੰਦੀ ਮੈਂ ਸਿਆਣੀ ਆ, ਮੈਂ ਐਮਏ ਬੀਐਡ ਕੀਤੀ ਹੈ। ਉਹ ਕਹਿੰਦਾ ਮੈਂ ਇੰਜੀਨੀਅਰ ਆ। ਉਹ ਭਾਈ ਰਿਸ਼ਤਿਆਂ 'ਚ ਇਹ ਚੀਜ਼ਾਂ ਥੋੜਾ ਹੁੰਦੀਆਂ ਨੇ, ਇਹ ਚੀਜ਼ਾਂ ਬਾਹਰ ਰੱਖਣੀਆਂ ਸੀ। ਇੱਕ ਦੂਜੇ ਦਾ ਸਨਮਾਨ ਕਰਦੇ, ਇੱਕ ਦੂਜੇ ਨੂੰ ਸਮਝਦੇ, ਮਾਪਿਆਂ ਦੀ ਇੱਜ਼ਤ ਕਰਦੇ ਜਿਨ੍ਹਾਂ ਨੇ ਤੁਹਾਡੇ ਲਈ ਇੰਨਾ ਕੁਝ ਕੀਤਾ। ਤੇ ਗਈਆਂ ਗੱਲਾਂ ਬਹੁਤ ਬੁਰਾ ਹਾਲ ਹੈ। ਬਾਣੀ ਪੜ੍ਹਦੇ ਆ ਨਾ, ਨਿਤ ਅਰਦਾਸ ਕਰਦੇ ਆ ਨਾ, ਜਿੱਦਣ ਇਹ ਗੱਲਾਂ ਸਾਨੂੰ ਸਮਝ ਆਉਣ ਲੱਗੀਆਂ ਤੇ ਕਿੰਨੇ ਆਨੰਦ ਨਾਲ ਬਾਣੀ ਪੜਾਂਗੇ, ਕਿਉਂਕਿ ਖੁਸ਼ ਹੋਵਾਂਗੇ, ਕਿਰਪਾ ਹੋਊਗੀ ਗੁਰੂ। ਪਿਤਾ ਕਹਿੰਦੇ ਪੁੱਤ ਫਿਰ ਤੂੰ ਹੀ ਲੱਭ ਕੇ ਦੱਸ ਦੇ। ਐਡਾ ਵਿਸ਼ਵਾਸ, ਇੰਨਾ ਭਰੋਸਾ। ਸਮਾਂ ਸਮਾਪਤ ਹੈ ਜੀ, ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਨਗੇ ਇਹ ਪ੍ਰਸੰਗ ਹੁਣ ਇੱਥੋਂ ਹੋਰ ਤਰੀਕੇ ਨਾਲ ਚੱਲਣਗੇ। ਕਿਉਂਕਿ ਬਾਪੂ ਜੀ ਆਏ ਸੀ, ਬੜੇ ਲਾਂਭੇ ਦਿੱਤੇ, ਬੜਾ ਮੰਦਾ ਚੰਗਾ ਬੋਲ ਕੇ ਬਹੁਤ ਕੁਝ ਕਹਿਤਾ, ਪਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਵੇਂ ਪਹਿਲਾਂ ਰਹਿੰਦੇ ਸੀ ਨਾ ਚੁੱਪਚਾਪ ਵਿੱਚ, ਕੁਝ ਨਹੀਂ ਸੀ ਕਹਿੰਦੇ, ਅੱਜ ਵੀ ਸ਼ਾਂਤ ਨੇ। ਕਿਸੇ ਬੋਲ ਦਾ ਜੀਵਨ ਤੇ ਕੋਈ ਅਸਰ ਨਹੀਂ। ਕਿਵੇਂ ਉਹ ਘਰ ਆਉਣਗੇ, ਕੀ ਗੱਲਾਂ ਹੋਣਗੀਆਂ, ਗੁਰੂ ਸਾਹਿਬ ਦੀ ਕਿਰਪਾ ਨਾਲ ਕੱਲ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।